खबरां दे बुलेटिन च तुहाडा स्वागत है। और नज़र मारदे हां अज दीयां खास खबरां ते। हुण खबरां विस्तार नाल। पंजाब सरकार विच साबका मंत्री रहे जथेदार सेवा सिंह दा बुधवार देर शाम देहांत हो गया। जथेदार सेवा सिंह लंबे समय तो बीमार चल रहे सन। सेवा सिंह सेखवा दे देहांत बारे जानकारी मिलदे ही जिले गुरदासपुर दे पिंड सेखवा विखे अते समर्थकां विच सोग दी लहर दौड़ गई है। स्वर्गवासी सेवा सिंह दे पिंड दे रिहाइश विखे सेखवा नूं चाहण वाले दुख जाहिर करन लगातार पहुंचदे नजर आ रहे हैं। वाहिगुरू जी का खालसा वाहिगुरू जी की फतेह। मेरे को तो कोई शब्द नहीं कि कल शाम नूं मेरे सत्कारयोग पिता जी जथेदार सेवा सिंह जी सेखवा साबका कैबिनेट मिनिस्टर पंजाब उन्हां दा निधन हो गया। वो काफ़ी पिछे 6 महीने तो बीमार चल रहे सी। उन्हां नूं लिवर की प्रॉब्लम सी, लिवर सरोसिस हो गया सीगा ते कल एकदम उन्हां दा बीपी लो हो के ते वो अकाल चलाना कर गए। उन्हां दा जीवन एक बड़ा दर्शक जीवन सी। उन्होंने पहलों अपनी एजुकेशन हासिल करके ग्रैजुएशन की, ज्ञानी की, फिर पंजाबी दे टीचर रहे, 14 साल बच्चे पढ़ाए। फिर मेरे दादा जी जथेदार जागर सिंह जी सेखवा की जदों डैथ हुई उस तो बाद वो राजनीति च आए। 14 साल वो पहलों टीचर सी। फिर 1997 वो पहली बार MLA बने और बादल साहब की सरकार च रेवन्यू मिनिस्टर रहे, लोक संपर्क मिनिस्टर रहे 2002 तक। फिर 2009 च जदों बाई इलैक्शन जित के वो एजुकेशन मिनिस्टर बने। फिर वो टैक्नीकल एजुकेशन बोर्ड के चेयरमैन रहे, स्टेट मिनिस्टर का रैंक उन्होंने को रहा। बड़े वधिया अहुदियां ते वो सदा ही रहे आ। ਅੱਜ ਉਹਨਾਂ ਦੇ ਜਾਣ ਨਾਲ ਕਿਉਂਕਿ ਸਰ ਸੇਵਾ ਸਿੰਘ ਸੇਖਵਾ ਦਾ ਬੜਾ ਵੱਡਾ ਨਾਂ ਸੀਗਾ। ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਉਹਨਾਂ ਦੇ ਨਾਂ ਕਰਕੇ ਸਾਡੇ ਪਿੰਡ ਦਾ ਨਾਂ ਬਣਿਆ। ਪੂਰੀ ਦੁਨੀਆ ਵਿੱਚ ਬਾਹਰ ਦੇ ਮੁਲਕਾਂ ਤੱਕ ਸਾਡੇ ਪਿੰਡ ਦਾ ਨਾਂ ਸਰ ਸੇਵਾ ਸਿੰਘ ਸੇਖਵਾ ਦੇ ਉਹਨਾਂ ਦੇ ਪਿਤਾ ਜੀ ਜਾਗਰ ਸਿੰਘ ਸੇਖਵਾ ਕਰਕੇ ਜਾਣਿਆ ਜਾਂਦਾ। ਔਰ ਉਹਨਾਂ ਦੇ ਜਾਣ ਨਾਲ ਜਿੱਥੇ ਅੱਜ ਸਰ ਜਗਰੂਪ ਸਿੰਘ ਜੋ ਉਹਨਾਂ ਦਾ ਬੇਟਾ ਉਹਨਾਂ ਦਾ ਪਰਿਵਾਰ ਸਾਰੇ ਨੂੰ ਘਾਟਾ ਪਿਆ, ਉੱਥੇ ਮੈਂ ਸਮਝਦਾ ਸਾਡੇ ਨਗਰ ਨੂੰ ਬਹੁਤ ਵੱਡਾ ਘਾਟਾ ਪਿਆ ਔਰ ਸਾਡੇ ਇਲਾਕੇ ਨੂੰ ਬਹੁਤ ਵੱਡਾ ਘਾਟਾ ਪਿਆ। ਕਿਉਂਕਿ ਇਹੋ ਜਿਹੇ ਲੀਡਰ ਜਦੋਂ ਪੈਦਾ ਹੁੰਦੇ ਆ ਤੇ ਉਹ ਲੀਡਰ ਬਣਨ ਵਾਸਤੇ ਉਹ ਵਾਸਤੇ ਬੜਾ ਟਾਈਮ ਲੱਗਦਾ ਔਰ ਫਿਰ ਜਾ ਕੇ ਉਹ ਇਸ ਮੁਕਾਮ ਤੇ ਪਹੁੰਚਦੇ ਆ। ਪਰ ਜਿੱਥੇ ਰਾਜਨੀਤਿਕ ਤੌਰ ਤੇ ਘਾਟਾ ਪਿਆ ਉੱਥੇ ਮੈਂ ਸਮਝਦਾ ਵੀ ਧਾਰਮਿਕ ਤੌਰ ਤੇ ਵੀ ਸੇਖਵਾ ਸਾਹਿਬ ਦੇ ਜਾਣ ਨਾਲ ਸਾਡੇ ਇਲਾਕੇ ਨੂੰ ਬਹੁਤ ਵੱਡਾ ਘਾਟਾ ਪਿਆ। ਸੇਖਵਾ ਸਾਹਿਬ ਦਾ ਜਿੱਥੇ ਰਾਜਨੀਤਿਕ ਤੌਰ ਤੇ ਵੀ ਬੜੀ ਵੱਡੀ ਸੂਝ-ਬੂਝ ਰੱਖਦੇ ਸੀਗੇ, ਉੱਥੇ ਨਾਲ ਦੀ ਨਾਲ ਉਹ ਧਾਰਮਿਕ ਤੌਰ ਤੇ ਵੀ ਉਹਨਾਂ ਦਾ ਬੜਾ ਵਿਸ਼ਾਲ ਉਹਦੇ ਬਾਰੇ ਉਹਨਾਂ ਨੂੰ ਨੌਲੇਜ ਸੀਗਾ। ਉਹਨਾਂ ਨੇ ਹਮੇਸ਼ਾ ਇਤਿਹਾਸ ਧਾਰਮਿਕ ਤੌਰ ਤੇ ਜਿੰਨੇ ਵੀ ਸਾਡੇ ਗੁਰੂ ਸਾਹਿਬਾਨ ਆ ਉਹਨਾਂ ਦੇ ਜੀਵਨ ਤੋਂ, ਜਿਹੜੇ ਸਾਡੇ ਸ਼ਹੀਦ ਸਿੰਘ ਹੋਏ ਉਹਨਾਂ ਦੇ ਜੀਵਨ ਤੋਂ, ਜਿਹੜੇ ਯੋਧੇ ਜਰਨੈਲ ਹੋਏ ਆ ਉਹਨਾਂ ਦੇ ਜੀਵਨ ਤੋਂ ਉਹ ਹਮੇਸ਼ਾ ਉਹਨਾਂ ਨੂੰ ਪੜ੍ਹਦੇ ਸੀ। ਔਰ ਜਦੋਂ ਅਸੀਂ ਗੱਡੀ ਵਿੱਚ ਬਹਿ ਕੇ ਜਾਣਾ ਉਹਨਾਂ ਨੇ ਇਹ ਗੱਲਾਂ ਕਰਨੀਆਂ ਵੀ ਆ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦਾ ਤੁਸੀਂ ਪੜ੍ਹਿਆ ਉਹ ਇਤਿਹਾਸ ਪੜ੍ਹਿਆ ਜੇ, ਤੁਸੀਂ ਹਰੀ ਸਿੰਘ ਨਲੂ ਉਹ ਮਹਾਨ ਜਰਨੈਲ ਦਾ ਇਤਿਹਾਸ ਪੜ੍ਹਿਆ, ਕਿੰਨਾ ਵੱਡਾ ਉਹਨਾਂ ਨੇ ਜਿੱਤਾਂ ਪ੍ਰਾਪਤ ਕੀਤੀਆਂ। ਇਹ ਗੱਲਾਂ ਗੁਰੂ ਸਾਹਿਬਾਂ ਦੇ ਜੀਵਨ ਬਾਰੇ ਉਹਨਾਂ ਨੇ ਸਾਂਝੀਆਂ ਜਦੋਂ ਗੱਡੀ 'ਚ ਬਹਿਣਾ ਕਰਦੇ ਜਾਣਾ ਤੇ ਜਿੱਥੇ ਕਿਤੇ ਟਾਈਮ ਲੱਗਣਾ ਵਿੱਚ ਗੱਡੀ 'ਤੇ ਬੈਠਿਆਂ ਜਿਗਰੇ ਉਹਨਾਂ ਨੇ ਕਿਤਾਬ ਖੋਲ੍ਹ ਕੇ ਵੀ ਉਹ ਪੜ੍ਹਨ ਲੱਗ ਪੈਣਾ ਜਦੋਂ ਉਹਨਾਂ ਦਾ ਮਨ ਕਰਨਾ। ਔਰ ਉਹ ਕਿਤਾਬ ਤੋਂ ਫਿਰ ਸੁਣੀ ਹੋਏ ਇਤਿਹਾਸ ਨਾਲ ਸੰਬੰਧਿਤ ਹੀ। ਦੂਸਰਾ ਉਹਨਾਂ ਦੇ ਵਿੱਚ ਇਹ ਰਾਜਨੀਤੀ ਤੋਂ ਇਲਾਵਾ ਧਾਰਮਿਕ ਤੌਰ ਤੋਂ ਇਲਾਵਾ ਇੱਕ ਉਹ ਬੁੱਧੀਜੀਵੀ ਤੌਰ ਤੇ ਵੀ ਵਿਚਰਦੇ ਸੀਗੇ। ਉਹਨਾਂ ਨੇ ਇੱਕ ਸੀਰੀਅਲ ਇੱਕ ਨੂਰ ਤੁਰਿਆ, ਉਹ ਜਿਹੜਾ ਸੀਰੀਅਲ ਆ ਦੂਰਦਰਸ਼ਨ ਦੇ ਉੱਤੇ ਰਿਲੇ ਹੁੰਦਾ ਰਿਹਾ। ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਡੇਰੇ ਮੜੀਆਂਵਾਲ ਦੇ ਰਹਿਣ ਵਾਲੇ ਇਹ ਨਿਹੰਗ ਸਿੰਘ ਆਪਣੇ ਥੋੜੇ ਜਿਹੇ ਖੇਤਾਂ ਵਿੱਚ ਸਬਜ਼ੀ ਬੀਜ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ ਅਤੇ ਜਦ ਸਬਜ਼ੀ ਬੀਜ ਦਿੰਦਾ ਹੈ ਤਾਂ ਫਿਰ ਸਾਰਾ ਦਿਨ ਗੁਰਦੁਆਰਿਆਂ 'ਚ ਸੇਵਾ ਕਰਦਾ ਰਹਿੰਦਾ ਹੈ। परिवार मुताबिक गरीबी कारण उन्होंने काफ़ी परेशानी भी आ रही है तो ना ही कोई उन्होंने मदद कर रहा है। इस दे बावजूद परिवार अपना गुजारा कर रहा है। ਬਾਬਾ ਜੀ ਕੀ ਕੰਮ ਕਰਦੇ ਤੁਸੀਂ ਤੇ ਘਰ ਦੇ ਹਾਲਾਤ ਕਿਦਾਂ ਦੇ ਦੱਸੋ? ਕੰਮ ਸਬਜ਼ੀ ਸੁਬਜੀ ਬੀਜੀ ਥੋੜਾ ਜਿਹਾ ਥਾਂ ਵਾ 2-2.5 ਕਨਾਲ ਥਾਂ, ਇਹੋ ਸਬਜ਼ੀ ਵੇਚ ਕੇ ਗੁਜ਼ਾਰਾ ਹੁੰਦਾ ਵਾ। ਜਿਹੜੀ ਉਹਨਾਂ ਨੂੰ ਪੈਨਸ਼ਨ ਮਿਲਦੀ ਆ ਉਹਦਾ ਸੌਦਾ ਮਾੜਾ ਮੋਟਾ ਆ ਜਾਂਦਾ ਤੇ ਟਾਈਮ ਪਾਸ ਹੋ ਜਾਂਦਾ। ਚਲੋ ਇਦਾਂ ਹੀ। ਹੁਣ ਜਿੱਦਾਂ ਅੱਜ ਕੱਲ੍ਹ ਸਬਜ਼ੀ ਨਹੀਂ ਫਿਰ ਕੀ ਕੰਮ ਕਰਦੇ? ਫਿਰ ਇਦਾਂ ਹੁਣ ਪੈਨਸ਼ਨ ਆ ਗਈ ਆ ਤੇ 300 ਰੁਪਏ ਹੋਰ ਕਿਦੋਂ ਮਿਲ ਜਾਂਦਾ ਤੇ 700 750 ਉੱਥੋਂ ਮਿਲ ਜਾਂਦੀ ਹੈ। ਉਹਦੇ ਨਾਲ ਗੁਜ਼ਾਰਾ ਹੋ ਜਾਂਦਾ ਮਾੜਾ ਮੋਟਾ। ਚਲੋ ਹਾਂਜੀ। ਪਤਾ ਲੱਗਾ ਸੀ ਗੁਰਦੁਆਰੇ 'ਚ ਵੀ ਤੁਸੀਂ ਸੇਵਾ ਕਰਦੇ? ਗੁਰਦੁਆਰੇ 'ਚ ਵੀ ਸੇਵਾ ਕਰੀਦੀ, ਉੱਥੇ ਵੀ ਉੱਥੇ ਸੇਵਾ ਕਰਕੇ ਤੇ ਆਪਣੇ ਤੇ 10,000 ਜਣੇ ਜਾਈਦਾ ਤੇ 3-4 ਵਜੇ ਘਰ ਆ ਜਾਈਦਾ ਜੀ। ਕੋਈ ਉਹ ਸੇਵਾ ਦੇ ਬਦਲੇ ਕੋਈ ਮਿਲਦਾ ਮਿਹਨਤਾਨਾ?
ਨਹੀਂ ਬਾਬਾ ਜੀ, ਨਾ ਅਸੀਂ ਕਦੀ ਮੰਗਿਆ ਤੇ ਨਾ ਅਸੀਂ ਕਦੀ ਜੋ ਅਸੀਂ ਕਦੀ ਮੰਗੇ ਕਿੰਨੀ ਕੁ ਦੇਰ ਹੋ ਗਈ ਸੇਵਾ ਕਰਦੇ? ਸੇਵਾ ਕਰਦੇ ਬਾਬਾ ਜੀ, ਬਥੇਰਾ ਚਿਰ ਹੋ ਗਿਆ ਜੀ। ਹਾਂਜੀ ਤੁਹਾਡਾ ਤੁਸੀਂ ਆਪ ਤੰਦਰੁਸਤ ਹੋ, ਘਰ ਵਾਲੇ ਤੁਹਾਡੇ ਜਿਹੜੇ ਨੇ ਘਰ ਦੀ ਹਾਂਜੀ, ਪਾਹੇ ਜਾ, ਉਹ ਕਿੱਦਾਂ ਜੋੜ ਮਿਲਿਆ ਫਿਰ ਘਰਦਿਆਂ ਨੂੰ? ਉੱਥੇ ਸੇਵਾ ਕਰਦੇ ਹੁੰਦੇ ਹੈ, ਇਹ ਵੀ ਸੇਵਾ ਕਰਦੇ ਹੁੰਦੇ ਸੀ। ਉੱਥੋਂ ਜੋੜ ਮਿਲ ਗਿਆ, ਫਿਰ ਉਹ ਕਹਿੰਦੇ ਵੀ ਵਿਚੋਲੇ ਕਹਿੰਦੇ ਜਿਹੜਾ ਬਣਿਆ ਸੀ, ਕਹਿੰਦਾ ਇਹਦਾ ਰਿਸ਼ਤਾ ਕਰਨਾ ਵਾ। ਮੈਂ ਕਿਹਾ ਚਲੋ ਕਰ ਦਿੰਦੇ ਆ। ਮੈਂ ਕਿਹਾ ਉਹਨਾਂ ਵੱਡਿਆਂ ਨੂੰ ਪੁੱਛ ਲਓ। ਉਹਨਾਂ ਆਖਿਆ ਜੋ ਹੈ ਠੀਕ ਹੈ, ਝੋਲੀ 'ਚ ਪਾ ਲਿਆ, ਜਿੱਦਾਂ ਦਾ ਵੀ ਹੈ ਕੰਮ। ਚਲੋ ਤੇ ਬਹੁਤ ਮਾੜੇ ਆ, ਪਰ ਸਾਡੇ ਕੁੜੀਆਂ ਸਾਈਕਲ ਪੈਦਲ ਜਾਂਦੀਆਂ ਤੇ ਸਕੂਲ ਵਾਸਤੇ ਸਾਈਕਲ ਟੁੱਟੇ ਫੁੱਟੇ ਸਾਈਕਲ ਨੇ, ਤੇ ਮੇਰਾ ਟਰਾਈ ਰਕਸ਼ਾ ਵੀ ਟੁੱਟਾ ਆ, ਤੇ ਉਹਦੇ ਵਾਸਤੇ ਪੈਸੇ ਹੈ ਨਹੀਂ ਜਿਹੜਾ ਮਤਲਬ ਠੀਕ ਕਰਾ ਸਕੀਏ। ਤੇ ਹੁਣ ਇਹੀ ਅਪੀਲ ਕਰਦੇ ਆ ਕਿ ਸਾਨੂੰ ਰਕਸ਼ਾ ਤੇ ਕੁੜੀਆਂ ਦੇ ਸਾਈਕਲ ਠੀਕ ਹੋ ਜਾਣ ਜਾਂ ਨਵੇਂ ਮਿਲ ਜਾਣ, ਤੁਹਾਡੀ ਬੜੀ ਕਿਰਪਾ ਹੋਏਗੀ। ਘਰ ਦਾ ਗੁਜ਼ਾਰਾ ਕਿੱਦਾਂ ਚੱਲਦਾ? ਘਰ ਦਾ ਇਸ ਤਰ੍ਹਾਂ ਹੀ ਆ, ਪੈਨਸ਼ਨ ਮਿਲਦੀ ਆ ਤੇ ਥੋੜੀ ਬਹੁਤੀ ਸਬਜ਼ੀ ਬੀਜੀ ਦੇ ਆ, ਤੇ ਹਜੇ ਤੱਕ ਵੇਖੋ ਬੀਜੀ ਆ, ਤੇ ਅੱਗੋਂ ਹਜੇ ਪੈਸੇ ਦੀ ਕੋਈ ਆਸ ਨਹੀਂ। ਉਹੀ ਪੈਨਸ਼ਨ ਜਿਹੜੀ ਕੱਲ ਦੀ ਲਿਆਂਦੀ ਆ, ਤੇ ਉਹਦੇ 'ਚ ਆਟਾ ਉਟਾ ਪਾ ਲਿਆ, ਤੇ ਨਾਲੇ ਸਬਜ਼ੀ ਪਾ ਲਈ ਆ, ਇਕੱਠੇ ਸਮਾਨ ਲਿਆ ਕੇ ਮੈਂ ਪਾ ਲਿਆ ਆ, ਤੇ ਇਦਾਂ ਹੀ ਬਸ ਪੈਨਸ਼ਨ ਸਿਰੋਂ ਇਸ ਝੱਟ ਲੰਘ ਜਾਂਦਾ। 300 ਰੁਪਇਆ ਹੋਰ ਕਿਤੋਂ ਮਿਲ ਜਾਂਦਾ, ਫਾਊਂਡੇਸ਼ਨ ਆ ਵਿਸ਼ਵਾਸ ਫਾਊਂਡੇਸ਼ਨ ਵੱਲੋਂ ਮੈਨੂੰ 300 ਰੁਪਇਆ ਮਿਲ ਜਾਂਦਾ, ਤੇ ਉਹ ਵੀ ਦੇ ਦਿੰਦੇ ਆ, ਤੇ ਉਹਦੇ ਕਰਕੇ ਸਾਡਾ ਗੁਜ਼ਾਰਾ ਹੋ ਜਾਂਦਾ। ਬਸ ਇਹੀ ਹੈ, ਸਾਡਾ ਰਕਸ਼ਾ ਤੇ ਸਾਈਕਲ ਨਹੀਂ ਕੁੜੀਆਂ ਦੇ ਹੈਗੇ, ਆਉਣ ਜਾਂਦਾ ਬਹੁਤ ਹੁੰਦਾ ਆ ਕੁੜੀਆਂ ਵਿਚਾਰੀਆਂ ਨੂੰ। ਪੈਦਲ ਜਦੋਂ ਬਾਰਿਸ਼ ਹੁੰਦੀ ਆ, ਵਿਚਾਰਿਆਂ ਦੇ ਕੱਪੜੇ ਲਿਬੜ ਜਾਂਦੇ ਆ, ਬਹੁਤ ਮੰਦੇ ਹਾਲ ਹੁੰਦੇ ਆ ਵਿਚਾਰੀਆਂ, ਕਿਸੇ ਵੇਲੇ ਡਿੱਗ ਹੀ ਪੈਂਦੀਆਂ ਤੇ ਚਿੱਕੜ 'ਚ। ਜੇ ਸਾਈਕਲ ਹੋਏ ਚੱਲ ਬੰਦਾ ਇੱਕ ਸਾਈਡ ਤੇ ਹੋ ਕੇ ਨਿਕਲ ਜਾਂਦਾ ਬੰਦਾ, ਪਰ ਇਦਾਂ ਹੀ ਫਿਰ ਇਹਨਾਂ ਵਿਚਾਰਿਆਂ ਨੂੰ ਚੱਲ ਕੇ ਜਾਣਾ ਪੈਂਦਾ ਆ। ਫਾਜ਼ਿਲਕਾ ਦੇ ਪਿੰਡ ਵੱਲੇ ਸ਼ਾਹ ਉਦਾੜ ਉਰਫ ਨੂਰ ਸ਼ਾਹ ਨਿਵਾਸੀ ਇੱਕ ਔਰਤ ਨੇ ਆਪਣੇ ਪਤੀ ਦੇ ਮਾਰਕੁੱਟ ਕਰਨ ਤੇ ਉਸਦੇ ਗਲਾ ਘੁੱਟ ਕੇ ਜਾਨੋਂ ਮਾਰਨ ਦੇ ਦੋਸ਼ ਲਗਾਏ ਨੇ। ਇਸ ਬਾਰੇ ਸਿਵਲ ਹਸਪਤਾਲ ਫਾਜ਼ਿਲਕਾ ਵਿੱਚ ਜ਼ੇਰੇ ਇਲਾਜ ਪੀੜਤਾ ਸੋਮਾ ਰਾਣੀ ਅਤੇ ਉਸਦੇ ਪਿਤਾ ਜੰਗੀਰ ਸਿੰਘ ਨਿਵਾਸੀ ਪਿੰਡ ਵੱਲੇ ਸ਼ਾਹ ਉਡਾਨ ਉਰਫ ਨੂਰ ਸ਼ਾਹ ਨੇ ਦੱਸਿਆ ਹੈ ਕਿ ਉਸਦੇ ਪਹਿਲੇ ਪਤੀ ਤੋਂ ਤਲਾਕ ਲੈਣ ਤੋਂ ਬਾਅਦ ਉਸਦਾ ਦੂਜਾ ਵਿਆਹ ਪਿੰਡ ਦੇ ਹੀ ਇੱਕ ਤਲਾਕਸ਼ੁਦਾ ਵਿਅਕਤੀ ਬੱਬੂ ਨਾਲ ਹੋਇਆ ਸੀ ਤੇ ਉਹ 4 ਬੱਚਿਆਂ ਦੀ ਦੇਖ-ਰੇਖ ਕਰ ਰਹੀ ਸੀ, ਪਰ ਅੱਜ ਉਸ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਹੁਣ ਪੀੜਤ ਇਨਸਾਫ ਦੀ ਮੰਗ ਕਰ ਰਹੀ ਹੈ। ਸ਼ਾਦੀ ਇਹਦੀ ਕੀਤੀ ਸੀ ਮਾਮੂ ਜੋਈਏ ਜੀ। ਉਸ ਤੋਂ ਬਾਅਦ 10 ਸਾਲਾਂ 12 ਸਾਲਾਂ ਬਾਅਦ ਉਹ ਮੁੰਡੇ ਦੀ ਮੌਤ ਹੋ ਗਈ। ਆਪ ਦੇ ਆਈ ਨਾ ਮਰਿਆ, ਉਹਨੂੰ ਹੈਗਾ ਸੀ ਹੈਗਾ ਸੀ, ਉਹਦੇ ਨਾਲ ਉਹ ਖਤਮ ਹੋ ਗਿਆ। ਫਿਰ ਇਹ 2 ਸਾਲ ਉੱਥੇ ਰਹੀ। ਉੱਥੇ ਫਿਰ ਰੋਟੀ ਚਾਹ ਪਾਣੀ ਤੋਂ ਤੰਗ ਸੀ। ਅਸੀਂ ਲੈ ਆਂਦੀ ਘਰ ਜੇ ਆਪਦੇ, ਤੇ ਰੋਟੀ ਚਾਹ ਪਾਣੀ ਵਿੱਚ ਖਾਧੀ ਰੱਖੇ ਸੀ। ਪਿੰਡ ਦੇ ਵਿੱਚ ਫਿਰ ਕਣਾ ਨੂੰ ਪਤਾ ਲੱਗਾ ਕਿ ਉਹ ਗੁੱਡੀ ਇੱਥੇ ਲੈ ਆਂਦੀ ਵੀ ਆਪਾਂ ਇਹਦਾ ਘਰ ਪਿੰਡ ਵਿੱਚ ਕਰ ਲਈਏ, ਵੀ ਪਾ ਦਈਏ ਇਹਨੂੰ ਆਦਾ। ਫਿਰ ਬੱਚੇ ਇਹਨੂੰ 2, ਇੱਕ ਗੁੱਡੀ ਇੱਕ ਮੁੰਡਾ। ਫਿਰ ਸਾਡੀ ਗੱਲਬਾਤ ਇਹ ਹੋਈ ਵੀ ਮੈਂ ਆਖਾ ਵੀ ਸਤਾਮ ਕਰਾਵਾਂਗੇ ਮੁੰਡੇ ਨਾਲ। ਉਹਨਾਂ ਆਖਾ ਵੀ ਗੁੱਡੀ ਨਹੀਂ ਰੱਖਣੀ ਤੇ ਰੱਖਣੀ ਅਸੀਂ ਮੁੰਡੇ ਨੂੰ, ਤੇ ਮੁੰਡੇ ਦੀ ਵੀ ਲਿਖ ਪੜ ਸਤਾਮ ਪੱਕਾ ਕਚਹਿਰੀ ਦਾ ਕਰਾ ਕੇ ਅਸੀਂ ਇਹਦੀ ਸ਼ਾਦੀ ਉਧਰ ਕਰ ਦਿੱਤੀ। मेरे माँ प्यो ने मेरी दूसरी बार शादी की थी रजाबंदी नाल, साढ़े दोवां दी हो गई। ते उस तो बाद 20 दिन बाद साढ़े दोवां दी कहंदा मुंडा नहीं रखना है, फिर मैं मुंडा छड्डना नहीं चाहती। कहंदे स्टाम लिखाए ने पक्के दोवां दे, ते कहंदे स्टाम वापस करो। स्टाम मैं वापस नहीं कीते। फिर उस तो बाद साडी पंचायत भी जुड़ी, इन्हां बड़ी जबरदस्ती की। कहंदे मेरे को बोला भी नहीं जा रही है क्योंकि सुनी कुटी हुई है। हाँ जी, मार कुट बहुत की नरमिया ते जाके लै गए ने उत्थे कल्ले ने बब्बू ने। पहले मेरी शादी मामू जी हुई सी, वो 2 तलाक हुआ। मेरा पहला पति मर चुका है, तो दूसरी शादी एक नूर सही हुई पिंड दे विच। हाँ जी, 2 है ने कुड़ी ते एक मुंडा। ਜਿਹਦੇ ਨਾਲ ਵਿਆਹ ਹੋਇਆ ਉਹਦੇ ਵੀ ਬੱਚੇ ਗਏ ਸੀ? हाँ जी, 3 बच्चे ने उसके। एक पढ़ ना 2-3 बच्चों की, एक मैं आप दा मुंडा आप दे कोल है, एक छोटी गुड़ी है मैं दे भरा नूं देती सी। 4 पई साडे कोल ने, तो कहंदा सी वापस पई एक मुंडा, वो भी वापस कर दो। मैं आप दा मुंडा वापस नहीं कर सकदी।
ਆਜ਼ਾਦ ਮੇਰਾ ਮੁੰਡਾ ਪਹਿਲੇ ਮੇਰੇ ਜਿਹੜੇ ਸ਼ਾਦੀ ਹੋਈ ਸੋ ਮੁੰਡਾ ਕਿਹਨੂੰ ਵਾਪਸ ਕਰਨ ਦੀ ਗੱਲ ਕਰ ਰਹੇ ਸੀ? ਕਹਿੰਦੇ ਪਿੱਛਾ ਪਏ ਜਦੋਂ ਇਹਦੇ ਵੀ ਪੇਕਿਆਂ ਤੇ ਕਹਿੰਦਾ ਮੈਂ ਚੱਥਾ ਰੱਖਣਾ ਉਹਨੂੰ ਮਾਰ ਦੇਣਾ ਹੈ। ਮੈਂ ਤੈਨੂੰ ਵੀ ਹੁਣ ਮਾਰ ਦੇਵਾਂਗਾ ਜਾਨੂੰ ਰੱਖਣਾ ਚਾਹਦਾ ਸੀ ਪਹਿਲਾਂ ਮਾਂ ਪਿਓ ਸਾਰੇ ਰਜਾਬੰਦੀ ਨਾਲ ਹੀ ਮੁੰਡਾ ਲਿਆ ਹੈ ਤੇ ਹੁਣ ਕਹਿੰਦੇ ਅਸੀਂ ਨਹੀਂ ਮੁੰਡਾ ਰੱਖਣਾ ਤੇ ਤੁਹਾਨੂੰ ਰੱਖਣਾ ਹੈ। ਲਖੀਮਪੁਰ 'ਚ ਕਿਸਾਨਾਂ ਨੂੰ ਕੁਚਲਣ ਵਾਲੇ ਭਾਜਪਾ ਦੇ ਗੁੰਡਿਆਂ ਨੂੰ ਸਜ਼ਾ ਦਿਵਾਉਣ ਅਤੇ ਆਪ ਦੇ ਵਫਦ ਨੂੰ ਯੂਪੀ ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਜਾਣ ਦੇ ਵਿਰੋਧ ਵਿੱਚ ਆਪ ਵੱਲੋਂ ਰਾਜ ਭਵਨ ਵੱਲ ਕੂਚ ਕਰਨ ਦੌਰਾਨ ਚੰਡੀਗੜ੍ਹ ਪੁਲਿਸ ਨੇ ਆਪ ਆਗੂਆਂ ਨਾਲ ਕੀਤੀ ਧੱਕਾਮੁੱਕੀ ਕੀਤਾ ਗ੍ਰਿਫਤਾਰ। एक मिनट चलो बेटा चलो आप 10 मिनट चलो यूपी ਵਿੱਚ ਹੋਏ ਘਟਨਾਕ੍ਰਮ ਦੇ ਵਿਰੋਧ ਵਿੱਚ ਹਰੇਕ ਰਾਜਨੀਤਿਕ ਸਮਾਜ ਸੇਵੀ ਪਾਰਟੀ ਦੇਸ਼ ਵਿੱਚ ਰੋਸ ਪ੍ਰਦਰਸ਼ਨ ਕਰ ਰਹੀ ਹੈ। ਅੱਜ ਬਟਾਲਾ ਵਿਖੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ਿਵ ਸੈਨਾ ਬਾਲ ਠਾਕਰੇ ਵੱਲੋਂ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸੈਂਟਰ ਸਰਕਾਰ ਕੋਲੋਂ ਮੰਗ ਕੀਤੀ ਗਈ ਕਿ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਏ ਅਤੇ ਸ਼ਹੀਦ ਕਿਸਾਨਾਂ ਦੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ। ਜੇਕਰ ਇਹ ਜਿਹਾ ਸੈਂਟਰ ਸਰਕਾਰ ਵੱਲੋਂ ਨਹੀਂ ਕੀਤਾ ਜਾਂਦਾ ਤਾਂ ਦੇਸ਼ ਦਾ ਜੋ ਮਾਹੌਲ ਖਰਾਬ ਹੋ ਰਿਹਾ ਉਸ ਦੀ ਜ਼ਿੰਮੇਵਾਰ ਭਾਜਪਾ ਦੀ ਸੈਂਟਰ ਸਰਕਾਰ ਹੋਵੇਗੀ। ਅੱਜ ਦਾ ਜਿਹੜਾ ਪੁਤਲਾ ਫੂਕਿਆ ਗਿਆ ਯੂਪੀ ਸਰਕਾਰ ਦੇ ਵਿੱਚ ਜਿਹੜਾ ਲਖੀਮਪੁਰ ਖੀਰੀ ਵਿੱਚ ਜਿਹੜਾ ਕਾਂਡ ਹੋਇਆ ਉਹਦੇ ਵਿਰੋਧ ਵਿੱਚ, ਕਿਉਂਕਿ ਉੱਥੇ ਜਿਹੜੇ ਲੋਕ ਕਿਸਾਨ ਮੁਜ਼ਾਹਰਾ ਕਰ ਰਹੇ ਸੀ ਉਹਦੇ ਵਿਰੋਧ ਵਿੱਚ ਇਹਨਾਂ ਜਿਹੜਾ ਇੱਕ ਵਿਧਾਇਕ ਦੇ ਮੰਤਰੀ ਦੇ ਬੇਟੇ ਨੇ ਜਿਹੜੀ ਗੱਡੀ ਚੜਾਈ ਆ ਉਹਦੇ ਵਿਰੋਧ 'ਚ ਕੀਤਾ ਗਿਆ, ਕਿਉਂਕਿ ਉਹਦੇ ਵਿੱਚ 4 ਨਿਰਦੋਸ਼, ਉਸ ਤੋਂ ਬਾਅਦ ਜਿਹੜੇ ਝਗੜਾ ਹੋਇਆ ਜਾਂ ਦੰਗਾ ਫਸਾਦ ਹੋਇਆ ਉਹਦੇ 'ਚ 4 ਲੋਕ ਹੋਰ ਬੇਕਸੂਰ ਮਾਰੇ ਗਏ। ਇੱਕ ਪੱਤਰਕਾਰ ਦੀ ਵੀ ਜਿਹੜੀ ਮੌਤ ਹੋਈ ਆ, ਬੜੀ ਮੰਦਭਾਗੀ ਘਟਨਾ ਇਹ ਯੂਪੀ ਸਰਕਾਰ ਨੂੰ ਪਹਿਲੇ ਹੀ ਇੱਥੇ ਸਖਤੀ ਕਰਨੀ ਚਾਹੀਦੀ ਸੀ ਤਾਂ ਜੋ ਕੋਈ ਬਾਹਰੋਂ ਜਾ ਕੇ ਜਿਹੜਾ ਕੋਈ ਵੀ ਬੰਦਾ ਸ਼ਰਾਰਤ ਨਾ ਕਰ ਸਕੇ, ਕਿਉਂਕਿ ਇਹਦੇ ਨਾਲ ਇਸ ਕਿਸਾਨ ਅੰਦੋਲਨ ਦੀ ਆੜ ਦੇ ਵਿੱਚ ਦੇਸ਼ ਵਿਰੋਧੀ ਜਿਹੜੀ ਸ਼ਕਤੀਆਂ ਸਰਗਰਮ ਹੋ ਗਈਆਂ। ਇਹਨੂੰ ਕੇਂਦਰ ਦੀ ਸਰਕਾਰ ਨੂੰ ਚਾਹੀਦਾ ਕਿ ਜਿੱਥੇ ਵੀ ਕਿਸਾਨ ਅੰਦੋਲਨ ਹੋ ਰਿਹਾ ਜਾਂ ਕਿਸਾਨ ਧਰਨਾ ਲਾ ਕੇ ਬੈਠੇ ਉਹਦੇ ਵਿੱਚ ਇਹਦੀ ਛਾਣਬੀਨ ਕੀਤੀ ਜਾਏ ਕਿ ਜਿਹੜੇ ਬਾਹਰੋਂ ਆ ਕੇ ਧਰਨੇ ਸ਼ਾਮਲ ਹੁੰਦੇ ਇਹਨਾਂ ਲੋਕਾਂ ਦੀ ਛਾਣਬੀਨ ਕੀਤੀ ਜਾਵੇ, ਕਿਉਂਕਿ ਇਹ ਲੋਕ ਆਪਣਾ ਮਕਸਦ ਜਿਹੜਾ ਦੇਸ਼ ਹਿੰਦੁਸਤਾਨ ਦੇ ਵਿੱਚ ਸ਼ਰਾਰਤਾਂ ਕਰਦੇ ਆ ਇਹਨਾਂ ਨੂੰ ਨੱਥ ਪਾਈ ਜਾਏ ਤੇ ਇਹਨਾਂ ਨੂੰ ਦੇਸ਼ ਵਿਰੋਧ ਦੇ ਮੁਕੱਦਮੇ ਦੇ ਵਿੱਚ ਅੰਦਰ ਦਿੱਤਾ ਜਾਣਾ ਚਾਹੀਦਾ। ਇਹ ਲੋਕ ਜਿਹੜੇ ਆ ਸ਼ਰਾਰਤੀ ਤੱਤਵ ਜਿੱਦਾਂ ਸ਼੍ਰੀ ਹਰਿਮੰਦਪੁਰ 'ਚ ਹੋਇਆ ਕਿਸਾਨੀ ਆੜ ਦੇ ਵਿੱਚ ਐਮਐਲਏ ਸ਼੍ਰੀ ਹਰਿਮੰਦਪੁਰ ਨੂੰ ਮਾੜਾ ਚੰਗਾ ਕਿਹਾ, ਇਹ ਵੀ ਬੜੀ ਮੰਦਭਾਗੀ ਘਟਨਾ, ਕਿਉਂਕਿ ਇਹ ਕਿਸਾਨ ਲੋਕ ਕੋਈ ਵੀ ਨਹੀਂ ਉਹਨਾਂ ਵਿੱਚ ਸ਼ਾਇਦ 3-4 ਹੋਣਗੇ, ਬਾਕੀ ਜਿਹੜੇ ਸ਼ਰਾਰਤੀ ਤੱਤਵ ਸੀ ਇਹਨਾਂ ਨੇ ਇਹ ਕੰਮ ਕੀਤਾ। ਤੇ ਜਿਹੜੇ ਜਾਤੀ ਸੂਤਕ ਸ਼ਬਦ ਵੀ ਕਿਸੇ ਬੰਦੇ ਨੂੰ ਬਾੜੇ ਕਹੇ ਆ ਉਹਦੀ ਵੀ ਸ਼ਿਵ ਸੈਨਾ ਬਾਲ ਠਾਕਰੇ ਜਿਹੜੀ ਨਿੰਦਾ ਕਰਦੀ ਆ। ਅਸੀਂ ਕਿਸੇ ਵੀ ਕੀਮਤ ਦੀ ਹਿੰਸਾ ਦੇ ਖਿਲਾਫ ਹਾਂ। 2016 ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਸਿਲੈਕਸ਼ਨ ਤੋਂ ਬਾਅਦ ਵੀ ਸਰਕਾਰ ਵੱਲੋਂ ਨੌਕਰੀ ਲਈ ਨਿਯੁਕਤੀ ਪੱਤਰ ਨਾ ਦੇਣ ਦੇ ਵਿਰੋਧ ਵਿੱਚ ਬੀਤੇ ਕਈ ਦਿਨਾਂ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਲਕੇ ਮਰਿੰਡਾ ਵਿੱਚ ਪਾਣੀ ਦੀ ਟੈਂਕੀ ਦੇ ਚੜੇ ਨੌਜਵਾਨਾਂ ਨੇ ਬੀਤੇ ਦਿਨੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਦੌਰਾਨ ਦੱਸਿਆ ਹੈ ਕਿ ਇੱਕ ਵਾਰੀ ਅਗਰ ਮੁੱਖ ਮੰਤਰੀ ਆ ਕੇ ਸਾਨੂੰ ਵਿਸ਼ਵਾਸ ਦੇ ਤੇ ਭਰੋਸਾ ਦੇਣ ਤਾਂ ਉਹਨਾਂ ਦੇ ਮਸਲੇ ਦਾ ਹੱਲ ਹੋਵੇਗਾ, ਤਾਂ ਉਹ ਪਾਣੀ ਦੀ ਟੈਂਕੀ ਤੋਂ ਉਤਰ ਜਾਣਗੇ ਅਤੇ ਆਪਣਾ ਧਰਨਾ ਚੱਕ ਲੈਣਗੇ। 2 ਜਾਣੇ मेरे पास किधर 11 तरीक ਨੂੰ ਆ ਜਾਓ, मतलब 12 ਨੂੰ ਮੇਰੇ ਘਰ ਵਿਆਹ ਹੈ, ਮੈਂ 4-5 ਦਿਨ ਹੋ ਫਰੀ ਨਹੀਂ ਹੈ, ਫਿਰ ਤੁਸੀਂ ਮੇਰੇ ਕੋਲ ਆ ਜਿਓ। ਇਸ ਤਰ੍ਹਾਂ ਸੜਕਾਂ 'ਚ ਨਾ ਰੋਲੋ, ਤੁਸੀਂ ਵੀ ਸਾਡੇ ਭਾਈ ਹੋ, ਜੋ ਮੈਂ ਕਰ ਸਕਦਾ ਹੋਇਆ ਤੁਹਾਡਾ ਕਰੂੰਗਾ। ਸਰ ਸਾਡੀ ਤਾਂ ਰਿਕੁਐਸਟ, ਸਾਡੀ ਤਾਂ ਆਸ ਹੈ ਸਰ ਤੁਹਾਡੇ ਤੇ, ਸਾਡੇ ਜੋ ਵੀ ਹੈ ਆਪਾਂ ਦੇਖਾਂਗੇ। ਦੇਖੋ ਮੇਰੀ ਗੱਲ ਸੁਣੋ ਵੀਰੇ, ਇਹ ਟੈਂਕੀਆਂ ਪਰ ਚੜ ਕੇ ਕੁਝ ਨਹੀਂ ਬਣਨਾ ਜੀ ਸਰ। ਮੈਂ ਤੁਹਾਡੇ ਕੋਲ ਆਪ ਚੱਲ ਕੇ ਆਇਆ ਨਾ ਜੀ ਸਰ, ਜੀ ਸਰ। ਹੋਰ ਦਾ ਲੰਘ ਜਾਣਾ ਤਾਂ ਉਹਨੇ ਜੀ ਸਰ, ਜੀ ਸਰ। ਤੁਸੀਂ ਮੇਰੇ ਕੋਲ ਆਓ ਜੀ ਸਰ, ਮੈਂ ਆਪਾਂ ਬੈਠ ਕੇ ਗੱਲ ਕਰਾਂਗੇ ਜੀ ਸਰ, ਜੀ ਜੋ ਮਸਲਾ ਜਿੰਨਾ ਵੱਧ ਤੇ ਵੱਧ ਹੋ ਸਕਦਾ ਹੋਇਆ ਕਰਾਂਗੇ ਜੀ ਸਰ, ਠੀਕ ਹੈ। ਲੇਕਿਨ ਆ ਜਿਹੜੀ ਪਿੱਛੇ ਦੌੜ ਔਰ ਧਰਨੇਬਾਜ਼ੀ ਇਹਨੂੰ ਛੱਡੋ ਨਹੀਂ ਸਰ। ਆ ਸਰ ਜਿਹੜੀ ਆਪਸਾ ਸਰ ਜਿਹੜੀ ਹੈਗੀ ਸੀ ਸਰ ਬਾਦਲ ਸਰਕਾਰ ਦੇ ਟਾਈਮ ਸਰ 7416 ਪੋਸਟਾਂ ਸੀਗੀਆਂ, 5581 ਪੋਸਟਾਂ ਫਿਲ ਕਰੀਆਂ ਜੀ, 1835 ਪੋਸਟਾਂ ਪੈਂਡਿੰਗ ਰੱਖਤੀਆਂ ਜੀ। ਤੇ 2017 ਦੇ ਵਿੱਚ ਆਪਣੀ ਜੀ ਸਰਕਾਰ ਆਈ ਸੀਗੀ, ਉਹਦੇ ਵਿੱਚ 1300 ਉਮੀਦਵਾਰ ਇਦਾਂ ਦੇ ਸੀਗੇ ਜੀ, ਉਹਨਾਂ ਦੇ ਗਲਤ ਸਰਟੀਫਿਕੇਟ ਦਰਵਾਈਜ਼ ਕਰਕੇ ਉਹਨਾਂ ਨੂੰ ਕੱਢਤਾ ਸੀਗਾ 1300 ਬੰਦੇ ਜੀ। ਉਹ ਬਾਕੀ 1300 ਇਹ 1835 ਪੋਸਟਾਂ ਆਏ ਜੀ, ਇਹ ਪੈਂਡਿੰਗ ਪਈਆਂ। ਸਾਨੂੰ ਸਰ ਸਾਰਿਆਂ ਦੀ ਵੈਰੀਫਿਕੇਸ਼ਨ ਹੋ ਗਈ, ਸਾਰੇ ਐਲੀਜੀਬਲ ਆ ਜੀ, ਸਾਰਿਆਂ ਦੇ ਮੁੰਡਿਆਂ ਦੀ ਵੈਰੀਫਿਕੇਸ਼ਨ ਹੋ ਗਈ। ਸਮਝ ਗਿਆ ਗੱਲ ਜੀ ਸਰ। ਤੁਸੀਂ ਮੇਰੇ ਪਾਸ 14 ਤਰੀਕ ਨੂੰ ਆਇਓ,
ਇਹ ਮੇਰੇ ਬੰਦੇ ਤੁਹਾਨੂੰ ਟਾਈਮ ਦੇ ਦੇਣਗੇ ਜੀ ਸਰ। ਇਹ ਐਸਪੀ ਸਾਹਿਬ ਤੁਹਾਨੂੰ ਲੈ ਆਉਣਗੇ। ਜੀ ਸਰ, ਜੀ ਸਰ। 2-4 ਜਾਣੇ ਜਿਹੜੇ ਚੰਗੀ ਗੱਲ ਕਰ ਸਕਦੇ ਮੈਂ ਜੀ ਸਰ। ਅਫਸਰਾਂ ਨੂੰ ਬਿਠਾਊਂਗਾ, ਤੁਹਾਨੂੰ ਬਿਠਾਊਂਗਾ, ਕੋਈ ਨਤਾਰਾ ਕੱਢ ਦਾਂਗਾ। ਜੀ ਸਰ। ਜਦ ਤੱਕ ਸੜਕਾਂ ਪਰ ਨਾ ਰੋਲੋ, ਟੈਂਕੀਆਂ ਪਰ ਨਾ ਚੜੋ। ਸਰ ਇੱਕ ਗੱਲ ਸੁਣੋ, ਪਹਿਲਾਂ ਮੈਨੂੰ ਇਹ ਦੱਸੋ ਟੈਂਕੀ ਪਰ ਤੇ ਉਤਰੋਗੇ? ਹਾਂ ਸਰ, ਅਸੀਂ ਜਿੱਦਾਂ ਸਰ ਤੁਸੀਂ ਕਹਿ ਰਹੇ ਹੋ ਅੱਜ ਉਤਰੋ ਜੀ ਸਰ, ਅੱਜ ਟੈਂਕੀ ਪਰ ਤੇ ਉਤਰੋ। ਸੁਣੋ ਟੈਂਕੀ ਪਰ ਤੇ ਉਤਰੋ, ਸੁਣੋ ਟੈਂਕੀ ਪਰ ਤੇ ਉਤਰੋ। ਨਵਰਾਤਰਿਆਂ ਦੇ ਨਾਲ ਜੁੜੀ ਸਮੇਂ ਦੀ ਵੱਡੀ ਬੁਰੀ ਖਬਰ ਉਹਨਾਂ ਸ਼ਰਧਾਲੂਆਂ ਦੇ ਲਈ ਹੈ ਜੋ ਨਵਰਾਤਰਿਆਂ ਦੇ ਵਿੱਚ ਹਿਮਾਚਲ ਦੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦੇ ਲਈ ਜਾਣ ਦੀਆਂ ਤਿਆਰੀਆਂ ਕਰ ਰਹੇ ਨੇ। ਜੀ ਹਾਂ, ਹਿਮਾਚਲ ਸਰਕਾਰ ਦੇ ਵੱਲੋਂ ਆਦੇਸ਼ ਜਾਰੀ ਕੀਤੇ ਗਏ ਨੇ ਕਿ ਸਿਰਫ ਉਹਨਾਂ ਸ਼ਰਧਾਲੂਆਂ ਨੂੰ ਹਿਮਾਚਲ ਦੇ ਵਿੱਚ ਐਂਟਰੀ ਮਿਲੇਗੀ ਜਿਨ੍ਹਾਂ ਸ਼ਰਧਾਲੂਆਂ ਦੇ ਕਰੋਨਾ ਦੀਆਂ ਦੋਨੋਂ ਵੈਕਸੀਨ ਲੱਗੀਆਂ ਹੋਣਗੀਆਂ ਜਾਂ 72 ਘੰਟਿਆਂ ਦੇ ਵਿਚਕਾਰ ਕਰੋਨਾ ਦੀ ਨੈਗੇਟਿਵ ਰਿਪੋर्ट ਦਾ ਪ੍ਰਮਾਣ ਪੱਤਰ ਹੋਵੇਗਾ। माता चिंतपूर्णी के मंदिर में 7 अक्टूबर से 14 अक्टूबर तक नवरात्रि मेले का आयोजन किया जा रहा है। इसके लिए सभी प्रबंध जो है मंदिर प्रशासन ने पूर्ण कर लिए हैं। यात्रियों की सुविधा के लिए और कोविड प्रोटोकॉल को देखते हुए मंदिर प्रशासन ने एडीबी सदन, एमआरसी पार्किंग और शंभू बैरियर पे 3 स्थानों पे दर्शन पर्ची काउंटर स्थापित किए हैं। दर्शन पर्ची प्राप्त करने के बाद ही श्रद्धालु माता के दर्शन कर पाएंगे। कोविड प्रोटोकॉल को देखते हुए माता के दर्शन एक मूविंग फैशन में किए जाएंगे और श्रद्धालुओं को मंदिर परिसर में बैठने या रुकने की अनुमति नहीं होगी। साथ ही हम सभी श्रद्धालुओं से अपील करते हैं कि जो भी हिमाचल बॉर्डर के माध्यम से मैथपुर, आशापुरी, मरवाड़ी बैरियर के थ्रू माता के दर्शन करने के लिए ऊना ज़िले में आ रहे हैं, वे अपने साथ कोविड-19 नेगेटिव की रिपोर्ट या कोविड वैक्सीन के डबल डोज का सर्टिफिकेट अवश्य लेकर चलें। इनकी चेकिंग के लिए हमने बॉर्डर पे चेक पोस्ट स्थापित किए हैं और वहाँ पर ये दस्तावेज उन्हें दिखाने होंगे। ਹਲਕਾ ਖੇਮਕਰਨ ਦੇ ਅਧੀਨ ਪੈਂਦੇ ਪਿੰਡ ਕਰਿਆਲਾ ਵਿਖੇ CHC ਹਸਪਤਾਲ ਵਿੱਚ ਬਣੇ ਨਸ਼ਾ ਛਡਾਊਣ ਕੇਂਦਰ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਜਿੱਥੇ ਲੰਬੀਆਂ ਲਾਈਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਹੀ ਕੁਰਸੀ ਬਾਬੂਆਂ ਵੱਲੋਂ ਇਨ੍ਹਾਂ ਨੌਜਵਾਨਾਂ ਨੂੰ ਗੋਲੀਆਂ ਦੇਣ ਦੇ ਨਾਂ ਕੀਤੀ ਜਾਂਦੀ ਹੈ ਅਤੇ ਬੇਇੱਜ਼ਤ ਕੀਤਾ ਜਾਂਦਾ ਹੈ। ਜੋ ਕਈ ਨੌਜਵਾਨ ਆਗੂ ਉਹਨਾਂ ਨੂੰ ਰੋਕਦਾ ਹੈ ਤਾਂ ਉਸ ਦੀ IT ਬਲੌਕ ਕਰਨ ਦੀ ਧਮਕੀ ਦਿੱਤੀ ਜਾਂਦੀ ਹੈ। ਇੱਕ ਪਾਸੇ ਤਾਂ ਪੰਜਾਬ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਹਰ ਹਸਪਤਾਲ ਵਿਖੇ ਨਸ਼ਾ ਛਡਾਊ ਕੇਂਦਰ ਬਣਾਇਆ ਹੋਇਆ ਹੈ, ਪਰ ਇਸ ਵਿੱਚ ਕੰਮ ਕਰ ਰਹੇ ਸਰਕਾਰੀ ਮੁਲਾਜ਼ਮ ਨੌਜਵਾਨਾਂ ਨੂੰ ਹਰ ਰੋਜ਼ ਬੇਇੱਜ਼ਤ ਕਰਦੇ ਹਨ ਅਤੇ ਜਿਸ ਨਾਲ ਤਣਾਅ ਵਿੱਚ ਕਈ ਤਾਂ ਨੌਜਵਾਨ ਇਸ ਹਸਪਤਾਲ ਵਿੱਚ ਗੋਲੀ ਖਾਣ ਲਈ ਆਉਂਦੇ ਹੀ ਨਹੀਂ। ਮੇਰਾ ਨਾਮ ਹੈ ਗੁਰਜੰਟ ਸਿੰਘ, ਮੈਂ ਦਵਾਈ ਖਾਣ ਆਇਆ ਹਾਂ। ਇਹ ਮੈਡਮ ਜਿਹੜੇ ਇੱਥੇ ਲੱਗੇ ਆ ਧਾਰੀਵਾਲ ਦੇ, ਇਹਨਾਂ ਨੇ ਫੋਨ ਤੇ ਟੱਕਰੇ ਸੀ। ਮੈਂ ਇਤਨਾ ID ਆਪਣੀ ਵਿਖਾਈ, ਮੈਂ ਕਿਹਾ ਵੀ ਆ ਲਓ ਮੈਡਮ ID। ਇਹਨਾਂ ਨੇ ਜਿੱਦਾਂ ਮੰਨ ਲਓ ਫੋਨ ਤੇ ਲੱਗੇ ਆ ਤਾਂ ਮੈਂ ਇਦਾਂ ID ਵਿਖਾ ਕੇ ਤੇ ਇਸ ਤਰ੍ਹਾਂ ਕਰ ਲਿਆ ਵਾ। ਮੈਨੂੰ ਕਹਿੰਦੀ ID ਵਿਖਾਓ। ਮੈਂ ਮੈਡਮ ਜੀ ਜਾਂ ਫੋਨ ਤੇ ਗੱਲ ਕਰ ਲਓ ਤੇ ਜਾਂ ID ਵੇਖ ਲਓ। ਇਹ ਮੈਨੂੰ ਕਹਿੰਦੀ ਸਾਡੀ ਪਰਸਨਲ ਲਾਈਫ ਨਹੀਂ ਵੀ ਅਸੀਂ ਫੋਨ ਤੇ ਗੱਲ ਨਹੀਂ ਕਰ ਸਕਦੇ, ਵੀ ਫਲਾਣ ਆ ਢੀਂਗ ਆ, ਪਿੱਛੇ ਹੋ ਜਾ, ਤੈਨੂੰ ਨਹੀਂ ਦਵਾਈ ਦੇਣੀ। ਇਹ ਐਡਾ ਮਾੜਾ ਹਰੇਕ ਨੂੰ ਬੋਲਦੀ ਹੈ ਮੈਡਮ ਵੀ ਕਹਿੰਦੀਆਂ ਗੱਲਾਂ ਵਾ। ਇਹ ਬਾਅਦ ਵਿੱਚ ਮੈਨੂੰ ਕਹਿੰਦੀ ਵੀ ਇਤਨਾ ਸਾਈਡ ਤੇ ਹੋ ਜਾ। ਇਹਨੇ ਮਗਰੋਂ ਪਤਾ ਨਹੀਂ ਪੁਲਿਸ ਵਾਲੇ ਨੂੰ ਫੋਨ ਕੀਤਾ ਕਿ ਕਿਹਨੂੰ ਕੀਤਾ। ਮੈਂ ਬਾਅਦ ਵਿੱਚ ਚਲੇ ਗਿਆ ਵਾਂ ਵੀ ਇਹਨੂੰ ਇਸ ਤਰ੍ਹਾਂ ਨਹੀਂ। ਫਿਰ ਮੈਂ ਵੀ ਜੇ ਇਹ ਕਰ ਸਕਦੀ ਤਾਂ ਮੈਂ ਵੀ ਫਿਰ ਆਪਣਾ ਵੇਖੂੰਗਾ ਵੀ ਮੇਰੇ ਵੀ ਵੀਰ ਹੈਗੇ ਆ, ਉਹਨਾਂ ਨੂੰ ਕੋਈ ਨਾ ਕੋਈ ਕਹਿ ਕੇ ਫਿਰ ਮੈਂ ਕਰੂੰਗਾ। ਉਹ ਸਰ ਮੈਂ ਉਸ ਤੋਂ ਬਾਅਦ 2-3 ਦਿਨ ਹੋ ਗਏ, ਉਸ ਤੋਂ ਬਾਅਦ ਮੈਂ ਦਵਾਈ ਖਾਣੇ ਆ, ਮੈਂ ਕਿਤੇ ਗਿਆ ਸੀ ਤੇ ਤਾਂ ਕਰਕੇ ਮੈਂ ਆਇਆ ਨਹੀਂ। ਹੁਣ ਅੱਜ ਆਇਆ ਵਾਂ, ਹੁਣ ਅੱਜ ਮੈਂ ਜਾਣਾ ਵਾਂ। ਪਹਿਲਾਂ ਮੈਂ ਤੁਹਾਡੇ ਨਾਲ ਗੱਲ ਕਰਕੇ ਫਿਰ ਮੈਂ ਦਵਾਈ ਖਾਣ ਜਾਣਾ। ਜਦੋਂ ਮੰਨ ਲਓ ID ਨਹੀਂ ਹੁੰਦੀ ਕੋਲ ਤੇ ਗਾੜੀ ਨੂੰ ID ਨੰਬਰ ਦੱਸੀਦਾ ਤੇ ਕਹਿੰਦੇ ਵੀ ID ਲੈ ਕੇ ਆਓ, ਕਾਰਡ ਵਿਖਾਓ, ਫੇਰ ਦੇਣੀ ਦਵਾਈ। ਜਿਹੜੇ ਇਹਨਾਂ ਦੇ ਮੰਨ ਲਓ ਜ਼ਿਆਦਾਤਰ ਬੋਲਦਾ ਕੋਈ ਵੱਧ ਘੱਟ ਤੇ ਗਾੜੀ ਨੂੰ ਕਹਿੰਦੇ ਆ ਵੀ ਤੁਸੀਂ ਦਵਾਈ ਨਹੀਂ ਦੇਣੀ, ਤੁਸੀਂ ਐਂ ਕਰੋ ਜੋ ਕਰੋ ਕਿ ਬਾਹਰ ਜਾ ਘੰਟਾ ਰੋਕ ਕੇ ਆਇਓ ਜਾਂ 2 ਘੰਟੇ ਰੋਕਾਂਗੇ ਤਾਂ ID ਬੰਦ ਕਰਾਂਗੇ। ਫੋਨ ਤੇ ਲੱਗੀਆਂ ਆ ਕਿ ਤੁਸੀਂ ਸਾਨੂੰ ਦਵਾਈ ਨਹੀਂ ਦੇ ਰਹੀਆਂ। ਮੈਂ ਕਿਹਾ ਵੀ ਸਰ ਦੀ ਕਾਲ ਆਈ ਆ, ਮੈਨੂੰ ਅਟੈਂਡ ਤੇ ਕਰ ਲੈਂਦੇ 2 ਮਿੰਟ। ਤੇ ਕਹਿੰਦਾ ਨਹੀਂ ਤੁਸੀਂ ਫੋਨ ਤੇ ਲੱਗਿਆ ਆ। ਮੈਂ ਕਿਹਾ ਐਵੇਂ ਦੀ ਕੋਈ ਗੱਲ ਨਹੀਂ ਆ, ਮੈਨੂੰ ਤਰਨਤਾਰਨ ਕਾਲ ਆਈ ਆ, ਮਤਲਬ ਕੋਈ ਪੇਸ਼ੈਂਟ ਉੱਥੇ ਹੋਮ ਡੋਜ਼ ਲੈਣ ਗਿਆ, 2 ਬ੍ਰਦਰ ਸੀਗੇ, ਉਹ ਦੂਜੇ ਦੀ ਲੈਣ ਗਿਆ ਆ ਤੇ ਇਹਦੇ ਥਰੂ ਗੱਲ ਕਰ ਰਹੀ ਆ ਤੇ ਇਸ ਗੱਲੋਂ ਇਹਨੇ ਮੈਨੂੰ ਬੋਲਣਾ ਸ਼ੁਰੂ ਕਰ ਦਿੱਤਾ। ਫਿਰ ਉਹ ਤੋਂ ਬਾਅਦ ਚੋਂ ਮਤਲਬ ਮੈਂ ਚੌਂਕੀ ਵੀ ਫੋਨ ਕੀਤਾ, ਉਹ ਤੋਂ ਬਾਅਦ ਤੋਂ ਇਹ ਭੱਜ ਗਿਆ। ਜੇ ਇੰਨਾ ਹੀ ਸੱਚਾ ਸੀ ਫਿਰ ਖੜਿਆ ਕਿਉਂ ਨਹੀਂ? ਮੈਨੂੰ ਨਹੀਂ ਲੱਗਦਾ ਹੈ ਕਿ ਮੈਂ ਕਿਸੇ ਹੋਰ ਨੂੰ ਬੋਲੀ ਆ। ਜਿਹੜਾ ਪੇਸ਼ੈਂਟ ਗਲਤ ਦਵਾਈ ਲੈ ਕੇ ਜਾਂਦਾ ਉਹਨੂੰ ਬੋਲਣਾ ਹੀ ਪੈਂਦਾ। ਠੀਕ ਹੈ, ਜਿਹੜੇ ਗਿਵਨ ਕਿ 1-2 ਬੰਦੇ ਮਤਲਬ ਕਿਸੇ ਦੀ ਜਗ੍ਹਾ ਤੇ ਦਵਾਈ ਖਾ ਜਾਂਦੇ ਆ ਨਾ, ਫਿਰ ਸਾਨੂੰ ਬੋਲਣਾ ਪੈਂਦਾ। ID ਵੀ ਬਲੌਕ ਮਾਰਨੀ ਪੈਂਦੀ, ਈਵਨ ਕਿ ਮੈਡਮ ਨੂੰ ਵੀ ਕਾਲ ਕਰਨੀ ਪੈਂਦੀ ਹੈ। ਗਵਾਂਡਾ ਵੱਲੋਂ ਵੱਖ-ਵੱਖ ਪ੍ਰੋਜੈਕਟਾਂ ਰਿਹਾਇਸ਼ੀ ਅਤੇ ਉਦਯੋਗਿਕ ਲਈ ਜ਼ਮੀਨਾਂ ਕੀਤੀਆਂ ਗਈਆਂ ਅਤੇ ਕੀਤੀਆਂ ਜਾ ਰਹੀਆਂ ਹਨ ਜੋ ਕਿ ਸਰਕਾਰ ਵੱਲੋਂ ਨਿਰਧਾਰਿਤ ਲੈਂਡ ਪੁਲਿਸ ਸਕੀਮ ਅਧੀਨ ਅਕਵਾਇਰ ਕੀਤੀ ਜਾ ਰਹੀ ਹੈ। ਪਰ ਗਵਾਂਡਾ ਵੱਲੋਂ ਇਸ ਸਕੀਮ ਅਧੀਨ ਕਿਸਾਨਾਂ ਨੂੰ ਲਾਭ ਦੇਣ ਵਿੱਚ ਹਮੇਸ਼ਾ ਹੀ ਧੋਖਾਧੜੀ, ਅਨਿਆਂ, ਫੇਰਾਫੇਰੀ ਕੀਤੀ ਜਾਂਦੀ ਹੈ। ਜਿਵੇਂ ਕਿ
ਐਵੋਟਰੋਪਲਿਸ ਪ੍ਰੋਜੈਕਟ ਦੇ ਬਲਾਕ 8 ਤੋਂ D ਤਹਿਤ ਰਿਹਾਇਸ਼ ਪ੍ਰੋਜੈਕਟਾਂ ਦੀ ਸਥਾਪਨਾ ਲਈ ਜ਼ਮੀਨ ਅਕਵਾਇਰ ਕਰਨ ਪ੍ਰਤੀ ਅਵਾਰਡ ਮਿਤੀ 8/1/2021 ਸੁਣਾਏ ਗਏ ਸਨ, ਪਰ ਇਸ ਅਵਾਰਡ ਤਹਿਤ ਤੋਂ ਮਾਲਕਾਂ ਵੱਲੋਂ ਲੈਂਡ ਪੂਲਿੰਗ ਲੈਣ ਲਈ ਅਰਜ਼ੀਆਂ ਨਿਰਧਾਰਿਤ ਸਮੇਂ ਵਿੱਚ ਦਿੱਤੀਆਂ ਗਈਆਂ ਨੇ। ਜਿੱਦਣ ਇਹ ਪ੍ਰੋਜੈਕਟ ਆਇਆ ਉਹਨਾਂ ਦੇ ਪ੍ਰੋਜੈਕਟ ਫੇਲ ਹੋ ਗਏ ਸੀਗੇ, ਉਹਨਾਂ ਦਾ ਸਮਾਨ ਨਹੀਂ ਵਿਕ ਰਿਹਾ ਸੀਗਾ। ਇਹ ਸਾਡੇ 2-3 ਅਫਸਰ ਹੈ ਫੂਡਾ ਦੇ ਬੜੇ ਲੈਵਲ ਦੇ, ਉਹ ਜਾਣ ਬੁੱਝ ਕੇ ਇਹਨੂੰ ਡਿਸਪਿਊਟ ਪਾਉਣ ਲੱਗੇ ਹੈ ਵੀ ਤੁਸੀਂ ਕੋਰਟ 'ਚ ਜਾਓ, ਕਿਸੇ ਦਾ ਬਰਾਤ ਦਾ ਇੰਤਕਾਲ ਨਹੀਂ ਚੜਾਉਂਦੇ ਜੀ, ਕਿਸੇ ਨੂੰ ਮਤਲਬ ਜਾਣ ਬੁੱਝ ਕੇ ਅਲਝਾਣਾ ਪਾਉਣ ਵਾਲਾ ਕੰਮ ਹੈ ਜੀ। ਮਤਲਬ ਵੱਡੇ ਬਿਲਡਰਾਂ ਨੂੰ ਲਾਹਾ ਪਜਾਉਣ ਵਾਸਤੇ ਇਸ ਪ੍ਰੋਜੈਕਟ ਨੂੰ ਸਰਕਾਰੀ ਨੂੰ ਡੈਮੇਜ ਕਰਨਾ ਚਾਹੁੰਦੇ ਵੀ ਥੱਲੇ ਆ ਜੇ ਇਹ ਨਾ ਕਾਮਯਾਬ ਹੋਵੇ ਜੀ। ਕੋਈ ਨਹੀਂ ਦੇਖਣਾ ਸਾਹਮਣੇ ਠੀਕ ਹੈ ਹਾਂਜੀ ਕਿੰਨੇ ਕੁ ਏਕੜ ਜ਼ਮੀਨ ਕਿੰਨੀ ਹੈ, ਕਿੱਥੋਂ ਲੈ ਕੇ ਸਟਾਰਟ ਕਰ ਜਿਹੜੇ ਏਰੀਆ 1700 ਏਕੜ ਜ਼ਮੀਨ ਹੈ ਜੀ। ਕਿੱਥੋਂ ਲੈ ਕੇ 1700 ਏਕੜ ਜ਼ਮੀਨ ਹੈ। ਜੋ ਵੀ ਹੈ ਨਾ, ਜੋ ਵੀ ਹੋਇਆ ਤੁਹਾਡੇ ਨਾਲ ਬਿਨਾਂ ਰੋਕ ਟੋਕ ਸਾਰਾ ਐਕਸਪਲੇਨ ਕਰ ਦਿਓ ਭਾਈ, ਦੱਸ ਦਿਓ ਕੀ ਗੱਲ ਹੋਈ। ਸੁਣ ਦਾ ਆਪਣਾ ਨਾਮ ਦੱਸ ਦਿਓ ਜੀ, ਕਾਨਫਰੰਸ ਸਟਾਰਟ ਹੋਈ ਨੇ, ਇੱਕ ਵਾਰੀ ਦੱਸ ਦਿਓ। ਹਾਂ ਤਾਂ ਸਭ ਦੱਸ ਦਿਓ ਕੋਈ ਸਟਾਰਟ ਕਰਨੀ ਸਟਾਰਟ ਦੱਸ ਦਿਓ ਜੀ। ਜੇਕਰ ਗੱਲ ਮਾਨਸਾ ਦੀ ਕਰੀਏ ਤਾਂ ਮਾਨਸਾ ਵਿੱਚ ਹੁਨਰ ਦੀ ਕੋਈ ਕਮੀ ਨਹੀਂ ਹੈ, ਪਰ ਜਿੱਥੇ ਗੱਲ ਸੋਚ ਦੀ ਆ ਜਾਂਦੀ ਹੈ ਤਾਂ ਉੱਥੇ ਲੜਕੀਆਂ ਨੂੰ ਲੜਕਿਆਂ ਤੋਂ ਘੱਟ ਸਮਝਿਆ ਜਾਂਦਾ ਹੈ। ਪਰ ਇਸ ਵਾਰ ਮਾਨਸਾ ਜ਼ਿਲ੍ਹੇ ਦੇ ਪਿੰਡ ਰਾਏਪੁਰ ਦੀ ਰਾਜਵੀਰ ਕੌਰ ਨੇ ਰੱਜ ਕੇ ਵਿੱਚ ਮਹਿਲਾ ਪੰਜਾਬ ਵਿੱਚ 골ਡ ਅਤੇ ਫਿਰ ਨੈਸ਼ਨਲ ਵਿੱਚ ਦੂਜਾ ਸਥਾਨ ਪ੍ਰਾਪਤ ਕਰਕੇ ਮਾਨਸਾ ਜ਼ਿਲ੍ਹੇ ਦਾ ਅਤੇ ਆਪਣੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ। ਨੈਸ਼ਨਲ ਵਿੱਚ ਮਾਡਲ ਦੀ ਪ੍ਰਾਪਤੀ ਨੂੰ ਲੈ ਕੇ ਪਿੰਡ ਵਾਲਿਆਂ ਵਿੱਚ ਖੁਸ਼ੀ ਦੀ ਲਹਿਰ ਅਤੇ ਘਰ ਵਿੱਚ ਵਧਾਈ ਦੇਣ ਵਾਲਿਆਂ ਦਾ ਤਾਰਾ ਲੱਗਿਆ ਹੋਇਆ ਹੈ। ਸਰ ਮੈਂ 6th ਕਲਾਸ ਤੋਂ 9th ਕਲਾਸ ਤੱਕ ਕਬੱਡੀ ਖੇਡੀ ਜੀ। ਇਸ ਤੋਂ ਬਾਅਦ ਸਾਡੇ ਸਕੂਲ 'ਚ ਕੋਚ ਆਏ ਅਮਰਦੀਪ ਸਿੰਘ ਘਰਾਂਗਣਾ ਤੋਂ, ਉਹਨਾਂ ਨੇ ਸਾਨੂੰ ਗੱਤਕੇ ਵੱਲ ਪ੍ਰੇਰਿਤ ਕੀਤਾ। ਉਹਨਾਂ ਨੂੰ ਸਾਡੇ ਤੇ ਵਿਸ਼ਵਾਸ ਸੀ ਕਿ ਅਸੀਂ ਕੋਈ ਨਾ ਕੋਈ ਮੁਕਾਮ ਹਾਸਿਲ ਕਰਾਂਗੇ, ਸੋ ਅਸੀਂ 9th ਤੋਂ ਇਹ ਗੇਮ ਖੇਡਣ ਲੱਗੇ। ਉਹਨਾਂ ਨੇ ਸਾਨੂੰ ਬਹੁਤ ਤਿਆਰੀ ਕਰਵਾਈ, ਸਾਡੀ ਬॉयਜ਼ ਦੇ ਨਾਲ ਤਿਆਰੀ ਕਰਵਾਉਂਦੇ ਰਹੇ, ਜਿਸ ਕਾਰਨ ਅਸੀਂ ਇਸ ਮੁਕਾਮ ਤੇ ਪਹੁੰਚੇ। ਕਿੱਦਾਂ ਲੱਗ ਰਿਹਾ ਹੁਣ, ਕਿੱਦਾਂ ਫੀਲ ਹੁੰਦਾ ਹੈ? ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੇਰੇ ਇਸ ਮੈਡਲ ਹਾਸਿਲ ਕਰਨ ਅਤੇ ਇਸ ਪੋਜੀਸ਼ਨ ਦੇ ਹਾਸਿਲ ਹੋਣ ਕਾਰਨ ਮੇਰੇ ਪਿੰਡ ਨੂੰ, ਮੇਰੇ ਮਾਪਿਆਂ ਨੂੰ ਅਤੇ ਮੇਰੇ ਪੂਰੇ ਪੰਜਾਬ ਨੂੰ ਮੇਰੇ ਤੇ ਮਾਣ ਮਹਿਸੂਸ ਹੋ ਰਿਹਾ ਹੈ। ਬਹੁਤ ਫਖਰ ਮਹਿਸੂਸ ਹੈ, ਬਹੁਤ ਮਾਣ ਮਹਿਸੂਸ ਹੈ ਸਾਨੂੰ ਬੇਟੀ ਤੇ। ਬੇਟੀ ਨੇ ਪਿੰਡ ਦਾ ਨਾਂ ਰੋਸ਼ਨ ਕਰਿਆ, ਪੰਚਾਇਤ ਦਾ ਕਰਿਆ, ਜ਼ਿਲ੍ਹੇ ਦਾ ਨਾਂ ਰੋਸ਼ਨ ਕਰਿਆ। ਜ਼ਿਲ੍ਹੇ ਦੇ ਉੱਤੋਂ ਕਲੰਕ ਲਾਤਾ ਬੇਟੀ ਨੇ, ਜੋ ਆਪਾਂ ਨੂੰ ਆਪਣੇ ਜ਼ਿਲ੍ਹੇ ਨੂੰ ਬੈਕਵਰਡ ਦੱਸਿਆ ਜਾ ਰਿਹਾ ਹੈ। ਪੰਜਾਬ ਦੇ ਵਿੱਚੋਂ ਪਹਿਲਾਂ ਸਾਰਾ ਜ਼ਿਲ੍ਹਾ ਫਸਟ ਆਇਆ, ਹੁਣ ਸਟੇਟ ਦੇ ਵਿੱਚੋਂ ਬੇਟੀ ਮੈਡਲ ਲੈ ਕੇ ਆਈ ਹੈ। ਬਹੁਤ ਹੀ ਮਾਣ ਮਹਿਸੂਸ ਹੈ, ਬਹੁਤ ਫਖਰਾਰੀ ਮਹਿਸੂਸ ਹੈ। ਧੰਨਵਾਦ ਕਰਦਾ ਮੈਂ ਇਹਨਾਂ ਦੇ ਟੀਚਰਾਂ ਦਾ, ਧੰਨਵਾਦ ਸਾਰਿਆਂ ਦਾ, ਕੈਮਰਾਮੈਨਾਂ ਦਾ, ਆਪਣਾ ਪ੍ਰੈਸ ਦਾ ਕਰਦੇ ਹਾਂ। ਜਿਹੜੀ ਪ੍ਰੈਸ ਆਈ, ਜਿਹੜੀ ਸਾਡੀ ਆਵਾਜ਼, ਬੇਟੀ ਦੀ ਆਵਾਜ਼, ਜੋ ਕਿ ਬੇਟੀ ਦੀ ਪਹਿਚਾਣ ਮੈਡਲ ਸਰਕਾਰ ਤੱਕ ਪਹੁੰਚਾ ਰਹੀ ਹੈ। ਸਰਕਾਰਾਂ ਨੂੰ ਵੀ ਇਹਨਾਂ ਸਪੋਰਟਸਮੈਨਾਂ ਵਾਸਤੇ ਕੁਛ ਨਾ ਕੁਛ ਕਰਨਾ ਚਾਹੀਦਾ। ਕੋਈ ਪਿੰਡ ਲੈਵਲ ਤੇ ਗਰਾਊਂਡ ਦੇਣੇ ਚਾਹੀਦੇ ਆ, ਕੋਈ ਕੋਚ ਮੁਹੱਈਆ ਕਰਾਉਣੇ ਚਾਹੀਦੇ ਆ। ਹਾਂ, ਬਹੁਤ ਮਾਣ ਵਾਲੀ ਗੱਲ ਹੈ ਜੀ। ਕੋਈ ਬੱਚਾ ਮਤਲਬ ਕਿਤੋਂ ਜੇ ਡਿਸਟ੍ਰਿਕਟ 'ਚੋਂ ਵੀ ਲੈ ਕੇ ਆਉਂਦਾ ਤਾਂ ਵੀ ਬਹੁਤ ਵੱਡੀ ਗੱਲ ਹੈ। ਤਾਂ ਮਤਲਬ ਸਾਰੇ ਦੇਸ਼ 'ਚੋਂ ਆਇਆ, ਨੈਸ਼ਨਲ 'ਚੋਂ ਆਇਆ, ਬਹੁਤ ਮਾਣ ਦੀ ਗੱਲ ਹੈ ਪਿੰਡ ਵਾਸਤੇ ਔਰ ਸਾਡੇ ਪੰਜਾਬ ਵਾਸਤੇ ਔਰ ਸਾਰੇ ਇਲਾਕੇ ਵਾਸਤੇ ਬਹੁਤ ਵਧੀਆ ਗੱਲ ਹੈ ਜੀ। ਤਾਂ ਕਿੱਦਾਂ ਦਾ ਸਫ਼ਰ ਰਿਹਾ ਸੀਗਾ ਸਕੂਲ ਦੇ ਵਿੱਚ ਦਾ? ਸਕੂਲ 'ਚ ਛੋਟੀ ਹੁੰਦੀ ਬੱਚੀ ਸਾਡੇ ਕੋਲ ਪੜ੍ਹਦੀ ਸੀ, ਉੱਥੇ ਮੈਂ ਫਿਜ਼ੀਕਲ ਦਾ ਟੀਚਰ ਹਾਂਗਾ ਔਰ ਇਹ ਪਹਿਲਾਂ ਕਬੱਡੀ ਖੇਡਦੇ ਹੁੰਦੇ ਬੱਚੇ 9th ਕਲਾਸ ਤੱਕ। 9th ਕਲਾਸ ਦੇ ਵਿੱਚ ਸਾਡੇ ਕੋਲ ਇੱਕ ਕੋਚ ਆਇਆ ਸੀ ਗੱਤਕਾ ਦਾ, ਤਾਂ ਉਹਨਾਂ ਨੇ ਬੱਚਿਆਂ ਨੂੰ ਮਤਲਬ ਗੱਤਕੇ ਦੀ ਟ੍ਰੇਨਿੰਗ ਸ਼ੁਰੂ ਕੀਤੀ। ਤਾਂ ਥੋੜ੍ਹੇ ਸਫ਼ਰ 'ਚ ਹੀ ਪਹਿਲੇ 1-2 ਸਾਲ ਤੱਕ ਕੋਈ ਪੋਜੀਸ਼ਨ ਨਹੀਂ ਆਈ, ਤਾਂ ਫਿਰ ਅੱਗੇ 2018-19 ਦੇ ਵਿੱਚ ਸਟੇਟ 'ਚੋਂ ਵੀ ਪੋਜੀਸ਼ਨ ਆਈ ਔਰ 18 ਡਿਸਟ੍ਰਿਕਟ 'ਚੋਂ ਆਈ। ਅੱਜ ਤੁਹਾਡੇ ਸਾਹਮਣੇ ਹੈ, ਮਤਲਬ ਨੈਸ਼ਨਲ 'ਚੋਂ ਵੀ ਬੱਚੀ ਗੋਲਡ ਲੈ ਕੇ ਆਈ ਹੈ। ਆਪਣਾ ਜਿਹੜੀਆਂ ਐਸੋਸੀਏਸ਼ਨ ਦੀਆਂ ਗੇਮਾਂ ਹੋਈਆਂ ਗੱਤਕਾ ਐਸੋਸੀਏਸ਼ਨ ਵੱਲੋਂ, ਤਾਂ ਉਹਦੇ ਵਿੱਚੋਂ ਪਹਿਲਾਂ ਸਟੇਟ 'ਚੋਂ ਗੋਲਡ ਲਿਆ। ਅੱਜ ਸ਼੍ਰੀ ਮੁਕਤਸਰ ਸਾਹਿਬ ਵਿੱਚ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੇ ਘਰ ਦੇ ਬਾਹਰ ਖੇਤ ਮਜ਼ਦੂਰ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਹਨਾਂ ਦਾ ਕਹਿਣਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਹੁੰਦਿਆਂ ਜੋ ਮੰਗਾਂ ਬਣਾਈਆਂ ਗਈਆਂ ਸਨ, ਇਸ ਤਰ੍ਹਾਂ ਕੱਟੇ ਹੋਏ ਮੀਟਰ ਦੁਬਾਰਾ ਜੋੜਨੇ ਅਤੇ ਬਿਜਲੀ ਦਾ ਬਿੱਲ ਮਾਫ ਕਰਨੇ ਨਾਲ ਹੀ ਮਜ਼ਦੂਰਾਂ ਦਾ ਕਰਜ਼ਾ ਮਾਫ ਹੋਣਗੇ। ਪੰਜਾਬ ਦੀਆਂ 7 ਪਿੰਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਪਿਛਲੇ ਸਮੇਂ ਤੋਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਲੜਿਆ ਜਾ ਰਿਹਾ ਹੈ, ਜਿਹਦੇ ਵਿੱਚ ਕੈਪਟਨ ਅਮਰਿੰਦਰ ਦੇ ਮੁੱਖ ਮੰਤਰੀ ਹੋਣ ਦੌਰਾਨ ਮਜ਼ਦੂਰਾਂ ਦੇ ਕੱਟੇ ਹੋਏ ਮੀਟਰ ਜੋੜਨ ਵਾਲੀ ਮੰਗ, ਮਜ਼ਦੂਰਾਂ ਦੇ ਬਿੱਲ ਮਾਫੀ ਵਾਲੀ ਗੱਲ, ਜਾਂ ਜਿਹੜੇ ਪਲਾਟ ਆ ਮਜ਼ਦੂਰ ਬੇਘਰੇ ਤੇ ਲੋੜਵੰਦਾਂ ਨੂੰ ਉਹਨਾਂ ਨੂੰ, ਇਹ ਜਿਹੜੀਆਂ ਮੰਗਾਂ ਮਨਵਾਈਆਂ ਗਈਆਂ ਸੀਗੀਆਂ, ਉਹ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਤੇ ਨਾਲ ਹੀ ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਖਤਮ ਹੋਣ, ਸਰਵਜਨਕ ਜਨਤਕ ਵੰਡ ਪ੍ਰਣਾਲੀ ਲਾਗੂ ਹੋਵੇ ਤੇ ਜਿਹੜਾ ਮਜ਼ਦੂਰਾਂ ਨੂੰ ਸਾਲ ਭਰ ਨਰੇਗਾ ਤਹਿਤ ਰੁਜ਼ਗਾਰ ਦਿੱਤਾ ਜਾਵੇ। ਇਦੋਂ ਬਿਨਾਂ ਮਜ਼ਦੂਰਾਂ ਨੂੰ ਸਸਤੇ ਭਾਅ ਸਰਕਾਰੀ ਜਿਹੜੇ ਕਰਜ਼ੇ ਆ ਉਹ ਮਿਲਣ। ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਸਰਕਾਰ ਨਾਲ
23 ਤਰੀਕ ਨੂੰ ਮੀਟਿੰਗ ਰੱਖੀ ਗਈ ਸੀ, ਪਰ ਕੈਬਨਿਟ ਦੇ ਵਿੱਚ ਫੇਰ ਬਦਲ ਤੋਂ ਬਾਅਦ ਜਿਹੜੀ ਉਹ ਮੀਟਿੰਗ ਆ ਉਹ ਦਿੱਤੀ ਨਹੀਂ ਜਾ ਰਹੀ। ਅਸੀਂ ਇਹ ਸਰਕਾਰ ਨੂੰ, ਮੰਤਰੀਆਂ ਨੂੰ ਮੰਗ ਪੱਤਰ ਦੇ ਕੇ ਯਾਦ ਪੱਤਰ ਦੇ ਰਹੇ ਹਾਂ ਕਿ ਮਜ਼ਦੂਰਾਂ ਦੇ ਜਿਹੜੇ ਰਹਿੰਦੇ ਮੰਗਾਂ ਮਸਲੇ ਆ ਉਹਦੇ ਤੇ ਮਜ਼ਦੂਰਾਂ ਦੀ ਜਿਹੜੀ ਮੀਟਿੰਗ ਆ ਉਹ ਪੰਜਾਬ ਸਰਕਾਰ ਨਾਲ ਕਰਾਈ ਜਾਵੇ ਤੇ ਜਿਹੜੀਆਂ ਮੰਗਾਂ ਪਹਿਲਾਂ ਮੰਗੀਆਂ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਲਾਗੂ ਕੀਤਾ ਜਾਵੇ। ਤੇ ਜੇ ਨਾ ਲਾਗੂ, ਅੱਜ ਅਸੀਂ ਮੁਕਤਸਰ ਜ਼ਿਲ੍ਹੇ ਦੇ ਜਿਹੜੇ ਮੰਤਰੀ ਨੇ ਰਾਜਾ ਵਿੜੰਗ, ਉਹਨਾਂ ਨੂੰ ਅਸੀਂ ਜਨਤਕ ਜਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਜਿਹੜਾ ਅੱਜ ਦਾ ਹੈਗਾ ਯਾਦ ਪੱਤਰ ਤੇ ਮੰਗ ਪੱਤਰ ਦੇ ਰਹੇ ਹਾਂ। ਮੇਰਾ ਨਾਮ ਲਖਵੰਤ ਕਿਰਤੀ ਹੈ ਜੀ ਤੇ ਮੈਂ ਪਿੰਡੂ ਮਜ਼ਦੂਰ ਯੂਨੀਅਨ ਪੰਜਾਬ ਦਾ ਜ਼ਿਲ੍ਹਾ ਕਨਵੀਨਰ ਦੇ ਤੌਰ ਤੇ ਕੰਮ ਕਰਦਾ ਜੀ। ਅੱਜ ਧਰਨਾ ਕਿੱਥੇ ਲਗਾਇਆ ਗਿਆ? ਅਸੀਂ ਅੱਜ ਰਾਜਾ ਵੜਿੰਗ ਦੀ ਕੋਠੀ ਦੇ ਬਾਹਰ ਬੈਠੇ ਹਾਂ ਜੀ, ਜੋ ਮੌਜੂਦਾ ਕੈਬਨਿਟ ਮੰਤਰੀ ਆ। ਅਸੀਂ ਮੰਗ ਪੱਤਰ ਦੇਣ ਆਏ ਹਾਂ 7 ਮਜ਼ਦੂਰ ਜਥੇਬੰਦੀਆਂ ਦੇ ਸੱਦੇ ਤੇ ਕਿ ਜਿਹੜੇ ਮਜ਼ਦੂਰਾਂ ਦੀਆਂ ਕੁਝ ਮੰਗਾਂ ਉਹਨਾਂ ਦੇ ਮੰਗ ਪੱਤਰ ਦੇਣਾ, ਤੇ ਪਰ ਜਿਹੜੇ ਮੰਤਰੀ ਸਾਹਿਬ ਵੱਲੋਂ ਆਇਆ ਕਿ ਜਿਹੜਾ ਪੀਏ ਆ ਮੰਤਰੀ ਸਾਹਿਬ ਦਾ ਉਹ ਸਾਡੇ ਤੋਂ ਮੰਗ ਪੱਤਰ ਲਊਗਾ। ਪਰ ਅਸੀਂ ਇਹ ਕਹਿਣਾ ਚਾਹੁੰਦੇ ਆ, ਅਸੀਂ 1.5 ਘੰਟਾ ਹੋ ਗਿਆ ਸਾਨੂੰ ਬੈਠਿਆਂ ਨੂੰ। ਜੇ ਸਾਨੂੰ ਰਾਤ ਵੀ ਪੈ ਗਈ, ਜਿੰਨਾ ਵੀ ਸਮਾਂ ਸਾਨੂੰ ਬਹਿਣਾ ਪੈਂਦਾ ਅਸੀਂ ਬੈਠਾਂਗੇ, ਕਿਉਂਕਿ ਸਾਡੇ ਘਰਾਂ ਦੇ ਵਿੱਚ ਇਹ ਆਪ ਜਾਂਦੇ ਆ, ਇਹਨਾਂ ਦਾ ਪਰਿਵਾਰ ਜਾਂਦਾ ਵੋਟਾਂ ਮੰਗਣ। ਇਸ ਕਰਕੇ ਅਸੀਂ ਪੀਏ ਨੂੰ ਮੰਗ ਪੱਤਰ ਨਹੀਂ ਦੇਵਾਂਗੇ। ਕੋਈ ਪਰਿਵਾਰਕ ਮੈਂਬਰ ਆ ਕੇ ਮੰਗ ਪੱਤਰ ਲਵੇ ਜਾਂ ਇਹ ਸਾਡੀ ਮੰਗ ਹੈ ਜੀ। ਸਮਾਣਾ ਦੇ ਵਿਧਾਇਕ ਕਾਕਾ ਰਜਿੰਦਰ ਸਿੰਘ ਦੇ ਨਾਲ ਨਵਜੋਤ ਸਿੰਘ ਸਿੱਧੂ ਅੱਜ ਵੱਡੇ ਕਾਫਲੇ ਸਮੇਤ ਪਟਿਆਲਾ ਰਿਹਾਇਸ਼ ਤੋਂ ਜਿਰਕਪੁਰ ਵੱਲ ਹੋਏ ਰਵਾਨਾ। ਕਿਸਾਨਾਂ ਦੇ ਹੱਕ ਦੇ ਵਿੱਚ ਨਵਜੋਤ ਸਿੰਘ ਸਿੱਧੂ ਅੱਜ ਵੱਡੇ ਕਾਫਲੇ ਸਮੇਤ ਯੂਪੀ ਵੱਲ ਨੂੰ ਹੋਣਗੇ ਰਵਾਨਾ। ਲੇਕਿਨ ਦੂਜੇ ਪਾਸੇ ਧਨੇਰੀ ਜੱਟਾਂ ਟੋਲ ਪਲਾਜ਼ਾ ਦੇ ਕਿਸਾਨ ਮਹਿਲਾਵਾਂ ਦੀ ਤਰਫ ਤੋਂ ਕੁਝ ਹੀ ਸਮੇਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਕਾਫਲੇ ਦਾ ਕੀਤਾ ਜਾਵੇਗਾ ਵਿਰੋਧ। ਇਸ ਦੀ ਗਿਣਤੀ ਵਿੱਚ ਪਿੰਡਾਂ ਤੋਂ ਕਿਸਾਨ ਮਹਿਲਾਵਾਂ ਹੋਈਆਂ ਇਕੱਠੀਆਂ। ਨਵਜੋਤ ਸਿੰਘ ਸਿੱਧੂ ਦੇ ਕਿਸਾਨਾਂ ਦੇ ਸਮਰਥਕ ਵਿੱਚ ਚੁੱਕੇ ਸਵਾਲ, ਆਖਿਆ ਕਿ ਕਈ ਸਮੇਂ ਤੋਂ ਕਿਸਾਨ ਬੈਠੇ ਸਨ। ਜਿਹੜੇ ਅੱਜ ਕਹਿੰਦੇ ਅਸੀਂ ਸਿੱਧੂ ਦੇ ਨਾਲ ਕਾਫਲਾ ਲੈ ਕੇ ਜਾਵਾਂਗੇ, ਉਹ ਵੀਰੋ ਜਿਹੜੇ ਉੱਥੇ ਕਿਸਾਨ ਲੀਡਰ ਬੈਠੇ ਨਾ, ਰੋਜ਼ ਕਹਿੰਦੇ ਤੁਹਾਨੂੰ ਅੱਜ ਪਹੁੰਚੋ ਤੇ ਤੁਸੀਂ ਤੁਹਾਡਾ ਜਦ ਕਾਫਲਾ ਕਿੱਥੇ ਹੈ? ਅੱਜ ਤੁਹਾਡਾ ਸਿੱਧੂ ਨਾਲ ਕਾਫਲਾ ਸੋਸ਼ਲ ਮੀਡੀਆ ਤੇ ਚੜੂਗਾ। ਇਸ ਕਰਕੇ ਵੀਰੋ ਤੁਸੀਂ ਉਹ ਸੋਸ਼ਲ ਮੀਡੀਆ ਤੇ ਜਗਰ ਹੋਣ ਵਾਸਤੇ, ਆਪਣੀਆਂ ਖਬਰਾਂ ਛਪਾਉਣ ਵਾਸਤੇ ਸਿੱਧੂ ਨਾਲ ਫਿਰ ਰਹੇ ਹੋ। ਆਮ ਜਨਤਾ ਜਿਹੜੀ ਫਿਰ ਰਹੀ ਹੈ, ਜਿਹੜੀਆਂ ਬੀਬੀਆਂ ਸਾਡੇ ਨਾਲ ਜੁੜੀਆਂ ਵੀਆਂ ਨੇ, ਉਹਨਾਂ ਨੂੰ ਕਿਸੇ ਨੇ ਨਹੀਂ ਦੇਖਿਆ, ਜਾਂ ਜਿਹੜੀ ਮਾਂ ਦਾ ਪੁੱਤ ਮਰਿਆ ਉਹਨੇ ਕਿਸੇ ਨੂੰ ਨਹੀਂ ਦੇਖਿਆ। ਇਹ ਤਾਂ ਤੁਹਾਡੀ ਸੋਸ਼ਲ ਮੀਡੀਆ ਤੇ ਖਬਰ ਵਾਸਤੇ ਲੱਗਿਆ ਤੁਸੀਂ ਇਹਨੇ ਗੱਲ। ਮੇਰੇ ਵੀਰੋ ਮੇਰੀ ਬੇਨਤੀ ਹੈ, 2 ਕਿਲੋਮੀਟਰ ਅੱਗੇ ਚਲੇ ਜਾਓ ਸਾਡੇ ਟੂਲ ਪਲਾਜ਼ੇ ਤੋਂ। ਇਹ ਹੁਣ ਸਰਕਾਰ ਦਾ ਨਹੀਂ, ਕਿਸਾਨਾਂ ਦਾ। ਜਦ ਇਹ ਸਰਕਾਰ ਦਾ ਤਾਂ ਜੋ ਮਰਜ਼ੀ ਕਰਿਆ ਤੁਹਾਨੇ, ਪਰ ਹੁਣ ਨਹੀਂ ਹੋਣ ਦੇਵਾਂਗੇ। ਕਿਸਾਨ ਏਕਤਾ ਜਿੰਦਾਬਾਦ। ਅੱਜ ਸਿੱਧੂ ਨੂੰ ਸਨਮਾਨ ਕਰਨ 10 ਮਹੀਨੇ ਚ ਤਾਂ ਕਦੇ ਉਹਨੇ ਟੂਲ ਪਲਾਜ਼ੇ ਤੇ ਆ ਕੇ ਨਹੀਂ ਦੇਖਿਆ। ਅੱਜ ਟੂਲ ਪਲਾਜ਼ਾ ਤੇ ਉਹ ਸਨਮਾਨ ਕਰਨ ਆ ਗਏ। ਸੰਗ ਸਾਡੇ ਆਪਣੇ ਹੀ ਲੋਕ, ਤਾਂ ਹੀ ਤਾਂ ਸਾਡੀਆਂ 3-3 ਲਾਸਾਂ 4-4 ਲਾਸਾਂ ਉੱਠ ਰਹੀਆਂ ਨੇ ਪੁੱਤਾਂ ਦਾ ਸੇਵਾ ਵੀ ਠੰਡਾ ਨਹੀਂ ਹੋਇਆ। ਅੱਜ ਇਹ ਸਾਨੂੰ ਹਮਦਰਦੀ ਦੇਣ ਆ ਗਏ। ਲਖੀਮਪੁਰ ਖੀਰੀ ਕਾਂਡ ਨੂੰ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਮੋਹਾਲੀ ਤੋਂ ਲਖੀਮਪੁਰ ਖੀਰੀ ਲਈ ਕਾਫਲੇ ਦੇ ਰੂਪ ਵਿੱਚ ਰਵਾਨਾ ਹੋ ਰਹੇ ਨੇ। ਕਾਂਗਰਸੀਆਂ ਦੀ ਲਾਈਵ ਤਸਵੀਰਾਂ ਤੁਹਾਨੂੰ ਅਸੀਂ ਆਪ ਦਿਖਾ ਰਹੇ ਹਾਂ, ਦੇਖੋ ਤਸਵੀਰਾਂ। ਜ਼ਿਲ੍ਹਾ ਗੁਰਦਾਸਪੁਰ ਨਾਲ ਲੱਗਦੀ ਹਿੰਦ ਪਾਕਿਸਤਾਨ ਸਰਹੱਦ ਦੇ ਚੌਂਤਰਾ ਪੋਸਟ ਨੇੜੇ ਬੀਤੀ ਰਾਤ ਭਾਰਤ ਵਾਲੇ ਪਾਸੇ ਡਰੋਨ ਸ਼ਾਮਿਲ ਹੋਣ ਦੀ ਆਵਾਜ਼ ਸੁਣਾਈ ਦਿੱਤੀ ਗਈ ਸੀ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸਰਹੱਦ ਦੇ ਲੱਗੀ ਕੜਿਆਲੀ ਤਾਰ ਨੇੜੇ ਡਿਊਟੀ ਦੇ ਤਾਇਨਾਤ BSF ਦੇ ਜਵਾਨਾਂ ਨੂੰ ਰਾਤ 9:55 ਦੇ ਭਾਰਤ अंदर ड्रोन दाखिल होने की आवाज़ सुनाई दी थी। ये ड्रोन की घटना है कल रात को 3 जगह पे हुई हैं। एक बोहर बटाला 89 बटालियन की BOP है, उसमें 7:25 पे हुई है, और वहाँ पे 2 हमारी महिला कांस्टेबल तैनात थी, प्रियंका और पुष्पा। उन्होंने जो ही ड्रोन को आते हुए देखा, ब्लिंकिंग लाइट देखी, तुरंत उस पर फायर से एंगेज करा, और उनके साथ जो हेड कांस्टेबल था उसने भी फायर करा, तो वो वहीं से फेंसिंग से पहले ही ड्रोन वापस लौट करके चला गया। दूसरी घटना सेम टाइम में ही 7:25 में ही काशी बर्मन BOP है 121 बटालियन की, पठानकोट डिस्ट्रिक्ट के अंतर्गत आता है, तो वहाँ पर इंडिया में फेंसिंग क्रॉस करके आता हुआ देखा गया था। तो जवानों ने 10 राउंड फायर करके उसको तुरंत एंगेज करा। और तीसरा ड्रोन रात को 9:55 पर चौंतरा दोरंगला पुलिस स्टेशन में BOP है 58 बटालियन की, ये भी आता हुआ देखा गया। आता हुआ और जाता हुआ दोनों देखा गया, और आते समय और जाते समय दोनों इस समय इसको फायर से एंगेज करा गया।
और मैं खुद रात को तुरंत दोनों BOP में, चौंतरा में और बोरबदाला में मैं विजिट करके आया। पुलिस और पूरी फोर्सेस से सर्च कराई जो आज सुबह 9 बजे तक लगातार जारी रही और अभी तक रिपोर्ट के हिसाब से कुछ भी रिकवर नहीं हुआ है, पर जांच चल रही है। ये ड्रोन पाकिस्तान की तरफ से आए थे? हाँ, ये 100% पाकिस्तान की तरफ से आए थे और पाकिस्तान लगातार अपने इस साजिश को अंजाम दे रहा है। ड्रोन के थ्रू लगातार आर्म्स, एम्यूनिशन, ड्रग्स भेजने की चाल, कुत्सित चाल लगातार चल रहा है। इसका आप BSF के जवानों ने मुंह तोड़ जवाब दिया? हाँ, BSF के जवान लगातार बहुत ज़्यादा अलर्ट हैं, 16 से 18 घंटे लगातार ड्यूटी कर रहे हैं और तुरंत जो ही कोई गतिविधि पाकिस्तान की तरफ से देखते हैं तुरंत उसको फायर से एंगेज करते हैं और हर तरीके से पाकिस्तान की चाल को नाकामयाब करने के लिए पूरी कोशिश की जा रही है। मैं लोगों से इस मौके पर अपील करना चाहूँगा कि जब भी वो कोई ड्रोन की एक्टिविटी, पर्टिकुलरली 3 से 5 किलोमीटर के, हमने सब हमारी यूनिट्स को बताया कि सारे सरपंचों से मीटिंग करी जाए और लगातार करी भी जा रही है और उनके नंबर, कंपनी कमांडर्स के नंबर हैं, वो सरपंचों को दे दिए जा रहे हैं और यदि वो कोई गतिविधि एकदम देखते हैं ड्रोन की या कोई ड्रॉपिंग देखते हैं तो तुरंत उसको इन्फॉर्म करें, पुलिस को इन्फॉर्म करें या BSF को करें, ताकि इससे पहले कि उसको पीछे कहीं ले जाया जा सके या देश के दुश्मनों द्वारा उससे कोई नुकसान देश का करा जा सके, उसके अपराधी को पकड़ा जा सके और सामान को जब्त करा जा सके। तेज रफ्तार अक्सर ही हादਸਿਆਂ ਦਾ ਕਾਰਨ ਬਣਦੀ ਹੈ। ਜੇ ਕੁਝ ਦੇਖਣ ਨੂੰ ਮਿਲਿਆ ਪਠਾਨਕੋਟ ਦੇ ਮਲਿਕਪੁਰ ਚੌਂਕ ਦੇ ਵਿੱਚ ਇੱਕ ਬੱਸ ਬਲਗੜ ਤੋਂ ਆ ਰਹੀ ਸੀ ਜੋ ਕਿ ਆਪਣਾ ਸੰਤੁਲਨ ਖੋ ਬੈਠੀ ਤੇ ਡਰਾਈਵਰ ਦੇ ਨਾਲ ਜਾ ਟਕਰਾਈ। ਇਸ ਹਾਦਸੇ 'ਚ ਬੱਸ 'ਚ ਸਵਾਰ ਇੱਕ ਯਾਤਰੀ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 2 ਲੋਕੀ ਗੰਭੀਰ ਦੱਸੇ ਜਾ ਰਹੇ ਨੇ। ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਨੂੰ ਦੁਆਰਾ ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ। क्या नाम? क्या नाम? शरीफ नाम है जी मेरा, शरीफ। कहाँ से आ रहे हो? हम बल्लभगढ़ से जी। बल्लभगढ़ से आ रहे हो, तो कहाँ जा रहे थे अभी? हम कटरा जा रहे थे। तो क्या हादसा क्या हुआ, क्या हुआ जहाँ पे? मैं टिकट बना के पीछे बैठा हुआ था। अच्छा जी। हाँ जी, ऐसे सवारी चढ़ी पठानकोट से। अच्छा जी। और मैं टिकट बना के पीछे बैठा हुआ था। ठीक है। और गाड़ी फुटपाथ पे चढ़ गई। जब वहाँ रुकी गाड़ी तो मैंने पूछा क्या हुआ, बोला गाय आके आ गई। अच्छा जी। तो सवारी को चोट लगी जी, एक एक्सपायर। कितनी सवारियाँ अंदर बैठी हुई थी? सवारियाँ थी जिसमें 15 के करीब सवारियाँ। 15 के करीब सवारियाँ थी। बच्चे भी थे बीच में? बच्चे भी थे बीच में? हाँ, एक बच्चा था। तो कितने घायल हुए हैं, कितने की डेथ हुई है? नहीं जी, ज़्यादा चोट किसी को नहीं लगी, सिर्फ उनको ज़्यादा लगी। वो कैसे चोट कैसे लगी, कुछ पता चला? क्या लगा, क्या उसको? नहीं पता चला। जो वो स्टैंड है जी, वो बाईपास जहाँ सवारी नीचे उतारता सुबह। हाँ जी। कोई ड्राइवर की आंखों को लग गई थी, क्या हुआ था? ना ड्राइवर की आँख नहीं लगी। चले तो थे जी, पठानकोट से सवारी बैठा गए तो चले थे वहाँ से। अच्छा। हाँ जी, एक एक्सीडेंट हुआ है मलिकपुर के पास और उसमें 2 पेशेंट्स आए हैं हमारे पास जिनका ट्रीटमेंट चल रहा है हमारे पास। और पता चला है कि उसमें लखीमपुर रवाना होने तो पहला नवजोत सिंह सिद्धू वालों वड्डा बयान दिता गया है। सिद्धू का कहना है कि वो किसानों के नाल हन अते इंसाफ लई वो कुछ भी करेंगे। सिद्धू का कहना है कि जेकर मंत्री का बेटा गिरफ्तार ना होया तो वो कल तो भुख हड़ताल ते बैठणगे। दोस्तों, ये सन साडियां अज दीयां खास खबरां। नवीं ते ताज़ा खबरां नाल अगली बार फिर तो रूबरू होवांगे। तद तक लई मैंने यानी कि हरप्रीत कौर नूं दो इजाजत। रब रखा।